ਫਤਿਹ ਫਤਿਹ ਤੋਂ ਘੱਟ ਇਹਨਾਂ ਦਾ ਕੋਈ ਟੀਚਾ ਨਹੀਂ। ਤਾਂ ਆਪਾਂ 14 ਸਾਲ ਲੜਾਈ ਲੜੀ ਔਰ ਉਹਦੇ ਵਿੱਚ ਫਤਿਹਬਾਦ ਜ਼ਿਲ੍ਹਾ ਜਥੇਦਾਰ ਜੀ ਸਾਡੇ ਬੈਠੇ ਨੇ, ਇਹ ਮੋਢੀਆਂ ਵਿੱਚੋਂ ਇੱਕ ਨੇ, ਨੀਂਹ ਪੱਥਰ ਰੱਖਣ ਵਾਲੇ ਨੇ। ਔਰ ਤੁਸੀਂ ਸਾਰੇ ਲਾਂਬਾ ਸਾਹਿਬ ਬੈਠੇ ਨੇ, ਲਾਂਬਾ ਸਾਹਿਬ ਬੈਠੇ ਨੇ, ਅਨੇਕਾਂ ਸੰਗਤ ਜਿਨ੍ਹਾਂ ਨੇ ਸਾਡੇ ਨਾਲ ਰਲ ਕੇ, ਜਸਕਰਨ ਸਿੰਘ ਜੀ ਬੈਠੇ ਨੇ, ਹੋਰ ਅਸਰਾ ਸਾਹਿਬ ਬੈਠੇ ਨੇ, ਇਹਨਾਂ ਨੇ ਸਾਡੇ ਨਾਲ ਰਲ ਕੇ, ਸਾਰਿਆਂ ਨਾਲ ਰਲ ਕੇ, ਆਪਾਂ ਸਾਰਿਆਂ ਰਲ ਕੇ ਜਿਸ ਵਕਤ ਆਪਾਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੁਰੂ ਕੀਤੀ ਤਾਂ ਉਸ ਵਕਤ ਰਾਜ ਸੀਗਾ ਚੌਟਾਲਾ ਸਾਹਿਬ ਦਾ, ਓਮ ਪ੍ਰਕਾਸ਼ ਚੌਟਾਲਾ। ਸਾਡੇ ਵਿਰੁੱਧ ਹੋ ਗਿਆ ਓਮ ਪ੍ਰਕਾਸ਼ ਚੌਟਾਲਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਸਿਰਮੌਰ ਜਥੇਬੰਦੀ ਸਿੱਖਾਂ ਦੀ, ਸ੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਨੇ ਵੀ ਹਮੇਸ਼ਾ ਸਾਡੇ ਵਿਰੋਧੀ ਫਤਵੇ ਦੇਣੇ ਕਿ ਹਰਿਆਣੇ ਦੀ ਕਮੇਟੀ ਕਿਸੇ ਵੀ ਸੂਰਤ ਵਿੱਚ ਨਹੀਂ ਬਣਦੀ। ਪਰ ਸੰਗਤ, ਗੁਰੂ ਸਾਹਿਬ ਨੇ ਕਿਹਾ ਹੈ, ਜੋ ਸੰਗਤ ਨੂੰ ਸਭ ਤੋਂ ਵੱਧ ਕਿਹਾ ਹੈ, ਸੰਗਤ ਦੇ ਵਿੱਚ ਸ਼ਕਤੀ ਸੀ, ਸਾਡੀ ਸੋਚ ਵਿੱਚ ਇਮਾਨਦਾਰੀ ਸੀ, ਵਫਾਦਾਰੀ ਸੀ, ਆਪਣੀ ਹਰਿਆਣਾ ਕਮੇਟੀ ਬਣ ਗਈ। ਅਸੈਂਬਲੀ ਨੇ ਬਿੱਲ ਪਾਸ ਕਰ ਦਿੱਤਾ। ਤੁਹਾਨੂੰ ਪਤਾ ਹੈ, ਆਪਾਂ ਕਈ ਦਫਾ ਡਾਕਟਰ ਮਨਮੋਹਨ ਸਿੰਘ ਨੂੰ, ਸੋਨੀਆ ਗਾਂਧੀ ਨੂੰ, ਰਾਹੁਲ ਗਾਂਧੀ ਨੂੰ, ਹੁੱਡਾ ਸਾਹਿਬ ਨੂੰ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ, ਅਮਰਿੰਦਰ ਸਿੰਘ ਨੂੰ, ਹੋਰ ਆਪੋਜੀਸ਼ਨ ਦੇ ਲੀਡਰਾਂ ਨੂੰ ਅਸੀਂ ਅਨੇਕਾਂ ਵਾਰ ਮਿਲੇ ਤਾਂ ਦਿਨ ਰਾਤ ਇੱਕ ਕੰਮ ਕੀਤਾ, ਪਰ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਉਹ ਬਹੁਤ ਔਖਾ ਕੰਮ ਸੀ, ਜਿਹੜੀ ਸਭ ਨੂੰ ਆਈ। ਉਸ ਗੱਲ ਵਾਸਤੇ ਤੁਸੀਂ ਸਾਰੇ ਹਰਿਆਣੇ ਦੀ ਸਾਰੀ ਸਿੱਖ ਸੰਗਤ ਬਹੁਤ ਬਹੁਤ ਵੱਡੀ ਵਧਾਈ ਦੀ ਪਾਤਰ ਹੈ। ਕਾਰਨ ਜਿਵੇਂ ਕੋਈ ਵੀ ਮੂਵਮੈਂਟ ਚੱਲਦੀ ਹੈ, ਉਸ ਮੂਵਮੈਂਟ ਵਾਸਤੇ ਸਧਾਰਨ ਮੰਗਾਂ ਹੁੰਦੀਆਂ, ਆਹ ਮੰਗਿਆ ਆਹ ਮੰਗਿਆ, ਉਹ ਸਰਕਾਰਾਂ ਨੂੰ ਮੰਗਣ ਵਿੱਚ ਕੋਈ ਔਖਾਈ ਨਹੀਂ ਹੁੰਦੀ। ਸਰਕਾਰ ਦਾ ਮਨ ਚਾਹੇ ਲਮਕਾ ਦੇ, ਮਨ ਚਾਹੇ ਤਾਂ ਮਿੰਟਾਂ 'ਚ ਮੰਗ ਲਏ। ਪਰ ਜਿਹੜਾ ਬਿੱਲ ਪਾਸ ਕਰਵਾਉਣਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਇੱਕ ਨਵੀਂ ਸੰਸਥਾ ਨੂੰ ਖੜ੍ਹਾ ਕਰਨਾ, ਇਸ ਗੱਲ ਦਾ ਹਰਿਆਣੇ ਦੀ ਸਰਕਾਰ ਨੂੰ ਵੀ ਪਤਾ ਸੀਗਾ ਕਿ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਹੋਵੇਗਾ, ਅਕਾਲੀ ਦਲ ਬਾਦਲ ਦਾ ਵਿਰੋਧ ਹੋਵੇਗਾ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਿਰੋਧ ਹੋਵੇਗਾ, ਅਤੇ ਇੱਥੇ ਹਰਿਆਣੇ ਵਿੱਚ ਵੀ ਬੈਠੇ ਕਈ ਸਿੱਖ ਪਤਾ ਨਹੀਂ ਕੌਣ ਹੱਕ 'ਚ ਹੋਣਗੇ, ਕੌਣ ਵਿਰੋਧ 'ਚ ਹੋਣਗੇ। ਪਰ ਆਪਾਂ ਸਾਰਿਆਂ ਨੇ ਜਾ ਕੇ ਸੋਨੀਆ ਗਾਂਧੀ ਨੂੰ ਮਿਲ, ਡਾਕਟਰ ਮਨਮੋਹਨ ਸਿੰਘ ਨੂੰ ਮਿਲ, ਸਾਰਿਆਂ ਨੂੰ ਮਿਲ ਕੇ ਅਸੀਂ ਗੱਲ ਸਮਝਾਈ ਕਿ ਇਹ ਸਾਡਾ ਹੱਕ ਬਣਦਾ ਹੈ। ਜਦੋਂ ਪੰਜਾਬੀ ਸੂਬਾ ਬਣਿਆ ਸੀਗਾ ਤਾਂ ਇਹਨਾਂ ਨੇ ਪੰਜਾਬੀ ਸੂਬਾ ਲੈ ਲਿਆ ਅਤੇ ਸਾਨੂੰ ਹਰਿਆਣੇ ਦੇ ਸਿੱਖਾਂ ਨੂੰ ਕੁਛ ਨਹੀਂ ਦਿੱਤਾ, ਸਾਨੂੰ ਦਿੱਤਾ ਪਾਰਲੀਮੈਂਟ ਨੇ। ਜਦੋਂ ਪੰਜਾਬ ਪੁਨਰ ਗਠਨ ਐਕਟ 1966 ਬਣਾਇਆ, ਉਹਦੇ ਸੈਕਸ਼ਨ 72 ਦੇ ਰਾਹੀਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਾਵਧਾਨ ਕੀਤਾ ਸੀ, ਪਰ ਉਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਚਲੋ ਉਹ ਪਤਾ ਲੱਗ ਗਿਆ, ਆਪਾਂ ਮੂਵਮੈਂਟ ਸ਼ੁਰੂ ਕੀਤੀ, ਆਪਣੀ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਔਰ ਹਰਿਆਣੇ ਦੇ ਵਿੱਚ ਬਿੱਲ ਬਣ ਗਿਆ। ਉਸ ਬਿੱਲ ਦੇ ਰਾਹੀਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਾਡਾ ਤੁਹਾਡਾ ਸਿੱਖ ਜੁਡੀਸ਼ੀਅਲ ਕਮਿਸ਼ਨ ਹੈ, ਸਾਡਾ ਘੱਟ ਗਿਣਤੀ ਕਮਿਸ਼ਨ ਹੈ, ਔਰ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਨੂੰ ਲਿਖਤੀ ਤੌਰ ਉੱਤੇ, ਕਾਨੂੰਨੀ ਤੌਰ ਉੱਤੇ ਪਾਸ ਕਰਵਾ ਦਿੱਤਾ ਅਤੇ ਪੰਜਾਬੀ ਭਾਸ਼ਾ ਦੀ ਤਰੱਕੀ। ਜਦੋਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦਾ ਕੇਸ ਇਸ ਵਕਤ ਸੁਪਰੀਮ ਕੋਰਟ 'ਚ ਗਿਆ ਹੋਇਆ, ਜਦੋਂ ਉਹ ਹੋਂਦ ਵਿੱਚ ਆ ਗਈ ਤਾਂ ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਦੱਸ ਦੇਣੀ ਚਾਹੁੰਦਾ ਕਿ ਜਿਹੜਾ ਵੀ ਆਪਣਾ ਬੱਚਾ BA BEd ਕਰੇਗਾ, MA ਕਰੇਗਾ, PhD ਕਰੇਗਾ ਪੰਜਾਬੀ ਵਿੱਚ, ਹੋਰ ਤਾਂ ਕੋਈ ਬੇਰੁਜ਼ਗਾਰਾ ਰਹਿ ਜਾਏ ਪਰ ਤੁਹਾਡਾ ਬੱਚਾ ਕੋਈ, ਕਿਉਂਕਿ ਇੰਨੇ ਸਕੂਲ ਨੇ ਸਰਕਾਰੀ ਜਿਨ੍ਹਾਂ ਦੇ ਵਿੱਚ ਇਹ ਸੈਕੰਡ ਲੈਂਗੁਏਜ ਹੈ, ਅਤੇ ਇਹ ਸੈਕੰਡ ਲੈਂਗੁਏਜ ਦੀਆਂ ਵੈਕੈਂਸੀਆਂ ਬਹੁਤ ਬਣਨੀਆਂ ਨੇ, ਅਤੇ ਉਹਨੇ ਸਾਡੇ ਕੋਲ ਅਜੇ ਸਿਸਟਮ ਪ੍ਰਬੰਧ ਨਹੀਂ ਹੈਗਾ, ਉਹ ਵੀ ਆਪਾਂ ਕਰਾਂਗੇ ਰਲ ਕੇ। ਤਾਂ ਮੇਰਾ ਸਿਰਫ ਤੁਹਾਨੂੰ ਦੱਸਣ ਦਾ ਇੱਕ ਮਤਲਬ ਇਹ ਹੈ ਕਿ ਜੇ ਆਪਾਂ ਚੱਲ ਪਏ ਤਾਂ ਆਪਾਂ ਫਤਿਹ ਹਾਸਲ ਕੀਤੀ। ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧਾਨ ਸਭਾ ਕੋਲੋਂ ਬਿੱਲ ਪਾਸ ਕਰਵਾਇਆ ਔਰ ਉਸ ਵਕਤ ਉਹਨਾਂ ਦਿਨਾਂ ਵਿੱਚ ਜਦੋਂ ਜੁਲਾਈ ਦੀ 6 ਤਰੀਕ ਨੂੰ ਇਹ ਬਿੱਲ ਪਾਸ ਹੋਇਆ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਸੀ, ਅਖਬਾਰਾਂ ਮੇਰੇ ਕੋਲ ਵੀ, ਕਿ ਜੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਤਾਂ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਸ਼ਹੀਦੀ ਦਊਂਗਾ। ਚਲੋ ਅਕਾਲ ਪੁਰਖ ਨੇ ਮਿਹਰ ਕੀਤੀ, ਕਮੇਟੀ ਵੀ ਬਣ ਗਈ, ਉਹ ਵੀ ਕਾਇਮ ਹੈ।
ਵਾਹਿਗੁਰੂ ਸੱਚਾ ਪਾਤਸ਼ਾਹ ਉਹਨਾਂ ਨੂੰ ਹੋਰ ਲੰਮੀ ਆਯੂ ਬਖਸ਼ੇ, ਕਿਉਂਕਿ ਸਾਡਾ ਤਾਂ ਗੁਰੂ ਮਹਾਰਾਜ ਸਾਡੇ ਕੋਲ ਤਾਂ ਇੱਕੋ ਗੱਲ ਹੈ ਕਿ ਅਸੀਂ ਸਰਬੱਤ ਦਾ ਭਲਾ। ਹੁਣ ਮੈਂ ਇਹ ਸਾਰੀ ਬੈਕਗਰਾਊਂਡ ਤੁਹਾਨੂੰ ਇਸ ਵਾਸਤੇ ਦੱਸੀ ਹੈ ਕਿ ਆਪਾਂ ਏਡੀ ਵੱਡੀ ਫਤਿਹ ਹਾਸਲ ਕੀਤੀ। ਇਸੇ ਗੱਲ ਨੂੰ ਵੇਖ ਕੇ ਹੁਣ ਜਦੋਂ ਹੁਣ ਸੁਪਰੀਮ ਕੋਰਟ ਵਿੱਚ ਫੈਸਲਾ ਆ ਗਿਆ ਤਾਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਅਤੇ ਹਰਿਆਣੇ ਦੀਆਂ 49 ਸੀਟਾਂ, ਜਿਵੇਂ SCPC ਦੀਆਂ 140 ਸੀਟਾਂ, ਹਰਿਆਣੇ ਦੀਆਂ 49 ਸੀਟਾਂ, ਉਹਨਾਂ 49 ਸੀਟਾਂ ਦੇ ਉੱਤੇ ਆਪਾਂ ਆਉਂਦੇ ਬੰਦੇ ਖੜੇ ਕਰਕੇ ਤੇ ਇਲੈਕਸ਼ਨ। ਮੈਂ ਤੁਹਾਨੂੰ ਇਹ ਗੱਲ ਪੂਰੀ ਨਿਮਰਤਾ ਸਹਿਤ ਦੱਸ ਦੇਣਾ ਚਾਹੁੰਦਾ ਕਿ ਇਹ ਅੱਜ ਤੀਕਰ ਸਾਡੇ ਹਰਿਆਣੇ ਦੇ ਜਿਨ੍ਹਾਂ ਨੇ ਸਾਡੇ ਨਾਲ ਲੜ ਕੇ ਹਰਿਆਣਾ ਕਮੇਟੀ ਬਣਾਈ ਵੀ ਸੀ, ਫੋਰਟ ਫਰੰਟ 'ਤੇ ਵੀ ਰਹੇ ਸਨ, ਉਹ ਵੀ ਅੱਜ ਚੁੱਪ ਬੈਠੇ ਨੇ। ਉਹ ਵੀ ਇਸ ਗੱਲ ਦੀ ਲੋੜ ਮਹਿਸੂਸ ਕਰਦੇ ਪਏ ਕਿ ਜੇ ਇੱਕ ਭਲਕੇ ਇਲੈਕਸ਼ਨ ਆ ਗਿਆ ਅਤੇ ਸਾਡੇ ਕੋਲ ਸਾਡਾ ਆਪਣਾ ਇਨਫਰਾਸਟਰਕਚਰ ਹੀ ਨਾ ਹੋਇਆ, ਸਾਡੇ ਕੋਲ ਕੈਂਡੀਡੇਟ ਨਾ ਹੋਏ, ਸਾਡੇ ਕੋਲ ਸੰਗਤ ਨਾ ਹੋਈ, ਸਾਡੇ ਕੋਲ ਸਾਰਾ ਸਿਸਟਮ ਨਾ ਹੋਇਆ, ਹਾਂਜੀ, ਸਾਨੂੰ ਇਹ ਨਾ ਪਤਾ ਹੋਇਆ ਕਿ ਅਸੀਂ ਕਿਹਨੂੰ ਖੜਾ ਕਰਨਾ ਹੈ, ਕਿੱਥੇ ਖੜਾ ਕਰਨਾ ਹੈ, ਕਿਹਦੇ ਮਗਰ ਚਾਰ ਬੰਦੇ ਨੇ, ਕਿਹੜਾ ਇਮਾਨਦਾਰ ਬੰਦਾ ਹੈ, ਕਿਹੜਾ ਵਧੀਆ ਬੰਦਾ ਹੈ, ਕਿਹੜਾ ਪੰਥਕ ਬੰਦਾ ਹੈ, ਕਿਹੜਾ ਬਾਹਰੋਂ ਪੰਥਕ ਹੈ ਅਤੇ ਅੰਦਰੋਂ ਖੋਟਾ ਹੈ। ਇਹਨਾਂ ਗੱਲਾਂ ਦਾ ਪਤਾ ਤਾਂ ਹੀ ਲੱਗਦਾ ਜੇ ਹੁਣ ਫਰਜ਼ ਕੋ ਮੈਂ ਅੱਜ ਤੁਹਾਡੇ ਕੋਲ ਆਇਆ ਅਤੇ ਕੁਝ ਨਾ ਕੁਝ ਮੇਰੇ ਬਾਰੇ ਪੈਸਾ ਦੋ ਪੈਸੇ ਤੁਹਾਨੂੰ ਜਾਣ ਥੋੜ੍ਹੀ ਕਮੀ ਜਾਣਕਾਰੀ ਮੈਨੂੰ ਵੀ ਮਿਲੇਗੀ ਤੁਹਾਡੇ ਦਰਸ਼ਨਾਂ ਦੇ ਰਾਹੀਂ। ਅੱਗੋਂ ਆਪਣਾ ਸਿਲਸਿਲਾ ਬਣਦਾ ਰਹੇਗਾ, ਚੱਲਦਾ ਰਹੇਗਾ। ਤਾਂ ਇਹ ਹਰਿਆਣਾ ਸਿੱਖ ਸਮਾਜ ਸੰਸਥਾ 29 ਮਈ 2022 ਨੂੰ ਆਪਾਂ ਚੀਕਾ ਇਹਦਾ ਨੀਂਹ ਪੱਥਰ, ਉਹਦੇ ਵਿੱਚ ਖਾਲਸਾ ਜੀ ਆਏ ਸਨ, ਸਾਰੀ ਸੰਗਤ ਨੇ ਰਲ ਕੇ ਇਹਨਾਂ ਨੂੰ ਸਾਡਾ ਸਰਪ੍ਰਸਤ ਬੁਲਾਇਆ, ਮਾਖਾ ਸਾਹਿਬ ਸਨ, ਇਹਨਾਂ ਨੂੰ ਅਸੀਂ ਸੀਨੀਅਰ ਵਾਈਸ ਬੁਲਾਇਆ, ਤੁਹਾਡਾ ਜ਼ਿਲ੍ਹਾ ਰਹਿ ਗਿਆ ਸੀ। ਤੁਸੀਂ ਜਥੇਦਾਰ ਸਾਹਿਬ ਜੀ, ਹਾਂਜੀ, ਇੱਕੋ ਹੀ ਗੱਲ ਹੈ ਜੀ, ਮੇਰੀ ਤਾਂ ਬੇਨਤੀ ਹੈ ਜੀ ਸਾਰੀ ਸੰਗਤ ਅੱਗੇ, ਸੰਗਤ ਸਾਰੀ, ਬਈ ਤੁਸੀਂ ਸਾਨੂੰ ਯੋਗ ਬੰਦੇ ਆਪਾਂ ਜੁੜੀਏ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਇੱਕ ਮਕਸਦ ਇਹ ਹੈ, ਜੇ ਆਪਾਂ ਇਹਨੂੰ ਕਰ ਸਕੀਏ, ਕੰਮ ਔਖਾ ਕੋਈ ਨਹੀਂ। ਇੱਕ ਪਿੰਡ ਦੇ ਵਿੱਚ ਆਪਾਂ ਇੱਕ ਰਜਿਸਟਰ ਲਾਉਣਾ ਹੈ, ਉਸ ਪਿੰਡ ਦੇ ਸਾਰੇ ਬੰਦਿਆਂ ਦਾ ਹਾਊਸ ਨੰਬਰ ਵਾਈਜ਼ ਨਾਂ, ਘਰ ਦੇ ਜੀਅ ਦਾ, ਮੁਖੀ ਦਾ ਨਾਂ ਅਤੇ ਪਰਿਵਾਰ ਦੇ ਮੈਂਬਰ ਕਿੰਨੇ ਨੇ, ਇਹ ਲਿਖਣਾ ਹੈ। ਅਤੇ ਉਹਦੇ ਰਾਹੀਂ ਸਾਨੂੰ ਪਿੰਡ ਦੇ ਕੁੱਲ ਗਿਣਤੀ ਦਾ ਪਤਾ ਲੱਗੇਗਾ, ਉਹਦੇ ਰਾਹੀਂ ਸਾਨੂੰ ਸਾਰੇ ਪਿੰਡਾਂ 'ਚ ਜਿਸਮ ਕੁਝ ਹੋ ਜਾਏਗਾ, ਫਿਰ ਸਾਨੂੰ ਬਲਾਕ ਦੀ ਗਿਣਤੀ ਦਾ ਪਤਾ ਲੱਗੇਗਾ, ਜ਼ਿਲ੍ਹਾ ਦੀ ਗਿਣਤੀ ਦਾ ਪਤਾ ਲੱਗੇਗਾ ਅਤੇ ਸਟੇਟ ਦੀ ਗਿਣਤੀ ਦਾ ਪਤਾ। ਹੁਣ ਕੀ ਹੁੰਦਾ ਹੈ, ਥੋੜ੍ਹਾ ਘਣਾ ਰਾਜਨੀਤੀ ਗੱਲਬਾਤ ਵਿੱਚ ਦਿੱਲੀ ਤੱਕ ਮੈਂ ਵੀ ਕਈਆਂ ਬੰਦਿਆਂ ਨਾਲ ਜਾਂਦਾ ਰਿਹਾ ਵੀ ਮੈਨੂੰ ਟਿਕਟ ਦਿਓ, ਮੈਨੂੰ ਟਿਕਟ ਦਿਓ। ਅਸੀਂ ਇਹ ਵੀ ਕਹਿੰਦੇ ਰਹੇ ਕਿ ਸਾਡੀ ਹਰਿਆਣੇ ਦੀ ਸਿੱਖ ਸੰਗਤ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਦੇ ਉੱਤੇ ਸਾਡੇ ਸਿੱਖ ਬੰਦਿਆਂ ਨੂੰ ਟਿਕਟਾਂ ਦਿਓ, MLA ਦਿਓ, MP ਦਿਓ। ਉਹ ਕਹਿੰਦੇ ਜੀ ਕਿੱਥੋਂ ਦੀ, फर्ज को मैं कहता जी फतेहाबाद टोहाना। वो कहते नहीं नहीं टोहाना में तो आपकी गिनती बहुत थोड़ी है, आपके तो इतने ही आदमी हैं, तो किसी के पास कोई इसका जवाब नहीं, इसका कोई जवाब नहीं। तो इस तरह गल्लां दा सानू गल्लां उत्ते टिप्स उत्ते मैं फर्ज को शाहबाद मार्केट दे रहण वाला, कोई कहता बई शाहबाद दे विच 25 लाख सिख 25,000 सिख है, कोई कहता 22,000 सिख है। तो जोड़े ऑफिशियल फिगर ने या जोड़े टिकटां देने वाले ने या विरोधी पार्टी वाले ने वो कहते नहीं जी 9,000 तो तुसीं ते ही कोई हाँ जी। तो जदों वो सरकारी कमेटी नूं दसदे ने कि भी वहाँ तो सिख 9,000 है, तो इसे करके तुहानूं टिकटां सानूं टिकटां नहीं मिलदियां। जे मैं तुहानूं इत्थे एक सवाल के तौर पर गल पूछां कि मैं मेरी ये सोच सही है या गलत है? सही है, सही है। तो मैं कहना ये कितना औखा काम है जो आप नहीं कर सकते, कोई औखा नहीं। आप ये काम करिए, अपने को रजिस्टर हो, अपने को फिगर्स हो भी साढ़े ब्लाक के विच साढ़े असैंबली हल्के विच कुल पिंड 125 ने, उन्होंने 65 पिंडों में साड़ी इन्नी आबादी है, हक साड़ा बनता है, असी जितावांगे, असी सब कुछ करांगे। जिद्दन तुसीं ये काम कर लिया
ਉਦੋਂ ਤੁਸੀਂ ਸ਼ਹਿਨਸ਼ਾਹੇ ਆਲਮ ਬਣ ਜਾਓ, ਉਦੋਂ ਤੁਹਾਡੇ ਚੌਰ ਚੱਲਿਆ ਜਾਏਗਾ, ਛਤਰ ਝੁੱਲਣਗੇ ਤੁਹਾਡੇ। ਹਾਂਜੀ, ਸਾਡੇ ਵਿੱਚੋਂ ਕਿਸੇ ਵੀ ਬੰਦੇ ਨੂੰ ਰਾਜ ਕਰਨ ਦਾ ਸ਼ੌਕ ਨਹੀਂ, ਰਾਜ ਸਿੰਘਾਸਨ 'ਤੇ ਬੈਠਣ ਦਾ ਸ਼ੌਕ ਨਹੀਂ। ਅਸੀਂ MLA ਦੇ ਮਗਰੇ ਪਰਚੇ ਕਰਦੇ, MLA ਦੀ ਕੀ ਹੁਕਮ, ਕੀ ਔਕਾਤ ਹੈ? ਮੈਂ ਆਪਣੀ ਗੱਲ ਕਰ ਰਹਾ, ਮੈਂ ਸਧਾਰਨ ਬੰਦਾ, ਮੈਂ ਰਿਟਾਇਰ ਹੋ ਗਿਆ, ਮੈਨੂੰ ਕੋਈ ਨਹੀਂ ਜਾਣਦਾ। ਮੈਂ ਹਰਿਆਣਾ ਕਮੇਟੀ ਦੀ ਗੱਲ ਸ਼ੁਰੂ ਕੀਤੀ ਹੈ। ਅੱਜ ਮੈਨੂੰ ਰੱਬ ਦੀ ਮਿਹਰ ਨਾਲ ਬਈ ਸਟੇਟ ਵਿੱਚ, ਕੇਂਦਰ ਵਿੱਚ ਕੋਈ 4 ਬੰਦੇ ਜਾਣਦੇ ਨੇ। ਹਾਂਜੀ, ਤਾਂ ਇਹ ਮੈਂ ਚਾਹੁੰਦਾ ਕਿ ਇਹ ਗੱਲ ਤੁਹਾਡੇ ਸਾਰਿਆਂ ਬਾਰੇ ਸਹੀ ਹੋਵੇ, ਤੁਹਾਡੇ ਸਾਰਿਆਂ ਕੋਲ ਇੰਨੀ ਸ਼ਕਤੀ ਆ ਜਾਵੇ। ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਪੰਜਾਬ ਹੈ, ਪੰਜਾਬ ਦੇ ਵਿੱਚ ਚਾਹੇ ਕੋਈ ਵੀ ਰਾਜਨੀਤਿਕ ਪਾਰਟੀ ਜਿਹਨੇ ਵੀ ਰਾਜ ਕਰਨਾ ਹੈ, ਇਲੈਕਸ਼ਨ ਜਿੱਤਣ ਤੋਂ ਪਹਿਲਾਂ, ਇਲੈਕਸ਼ਨ ਲੜਨ ਤੋਂ ਪਹਿਲਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਭਾਵੇਂ ਉਹਦੇ ਘਰ ਜਾ ਕੇ ਚੋਰੀ ਪੈਰੀ ਹੱਥ ਲਾਉਣ, ਤੇ ਭਾਵੇਂ ਜਿਵੇਂ ਮਰਜ਼ੀ ਕਰੇ, ਅਤੇ ਉਸ ਤੋਂ ਬਾਅਦ ਜਿੰਦੀ ਮਰਜ਼ੀ ਸਰਕਾਰ ਬਣ ਜਾਏ, ਚਾਹੇ ਪ੍ਰਕਾਸ਼ ਸਿੰਘ ਬਾਦਲ ਦੀ ਬਣੇ, ਅਤੇ ਚਾਹੇ ਬਣੇ ਅਮਰਿੰਦਰ ਸਿੰਘ ਦੀ, ਅਤੇ ਚਾਹੇ ਕੱਲ੍ਹ ਨੂੰ ਕਿਸੇ ਹੋਰ ਦੀ ਬਣੇ, ਤਾਂ ਉਹਨਾਂ ਨੂੰ ਵੀ ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ ਪੈਰੀ ਹੱਥ ਲਾ ਕੇ ਕਿ ਵੀ ਭਾਈ ਸਾਡਾ ਧਿਆਨ ਰੱਖਿਆ ਜੀ, ਖਿਆਲ ਰੱਖਿਆ ਜੀ। ਜੇ ਇਹ ਨਾਅਰਾ ਲਾ ਦੇਣ ਕਿ ਵੀ ਫਰਜ਼ ਕਰੋ, ਮਿਸਾਲ ਦੇ ਤੌਰ 'ਤੇ ਪੁਰਾਣੀ ਗੱਲ ਕਰਾਂ ਕਿ ਬਈ ਅਸੀਂ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਕਰੀਏ, ਅਤੇ ਸਰਕਾਰ ਹਿੱਲ ਗਈ ਨਾ, ਹਾਂਜੀ ਹਾਂਜੀ, ਰਾਜ ਸੱਤਾ ਹਿੱਲ ਗਈ ਨਾ। ਹਾਂਜੀ, ਇਹੀ ਗੱਲ ਮੈਂ ਚਾਹੁੰਦਾ ਠੀਕ, ਕਿ ਜਿੰਨਾ ਚਿਰ ਸਾਡੀ ਹਰਿਆਣਾ ਕਮੇਟੀ ਨਹੀਂ ਬਣਦੀ, ਜਿੰਨਾ ਚਿਰ ਸਾਡਾ ਪ੍ਰਬੰਧ ਸਾਡੇ ਹੱਥ ਵਿੱਚ ਨਹੀਂ ਆਉਂਦਾ, ਜਦੋਂ ਪੰਜਾਬ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ MLA ਆ, ਆਪਣੀ ਅਕਾਲੀ ਦਲ ਦਾ ਜਿਹੜਾ MLA ਆ, ਉਹ ਹਾਫ ਉਹ ਫੁੱਲ MLA ਆ, ਔਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ ਉਹ ਹਾਫ MLA ਆ। ਉਹਦੀ ਤਾਕਤ ਤੋਂ ਬਗੈਰ, ਉਹਦੇ ਵੋਟ ਤੋਂ ਬੈਂਕ ਤੋਂ ਬਗੈਰ ਉਸ ਹਲਕੇ ਦੇ ਵਿੱਚ ਅਕਾਲੀ ਦਲ ਦਾ ਬੰਦਾ ਨਹੀਂ ਜਿੱਤ ਸਕਦਾ। ਇਹ ਮੇਰੀ ਗੱਲ ਪੱਕੀ। ਤਾਂ ਮੈਂ ਇਹੀ ਗੱਲ ਚਾਹੁੰਦਾ ਕਿ ਇਹ ਸ਼ਕਤੀ ਤੁਹਾਡੇ ਕੋਲ ਆਵੇ। ਦੇਖੋ, ਇਹ ਸ਼ਕਤੀ ਤੁਹਾਡੇ ਕੋਲ ਆਉਣੀ ਹੈ, ਮੈਂ ਸ਼ਾਹਬਾਦ ਬੈਠਾ, ਹਾਂਜੀ, ਇਹਦੇ 'ਚ ਆਪਣਾ ਕੋਈ ਵੰਡ ਵਡਾ ਨਹੀਂ, ਕੋਈ ਰਾਈਵਲ ਪੂਣਾ ਨਹੀਂ, ਕੋਈ ਕਿਸੇ ਕਿਸਮ ਦਾ ਖਿੱਚ ਧੂ ਨਹੀਂ ਗੀ। ਤਾਂ ਮੈਂ ਇੱਕੋ ਗੱਲ ਕਹਿਣੀ ਚਾਹਾਂਗਾ ਕਿ ਵੀ ਸਭ ਤੋਂ ਪਹਿਲੀ ਗੱਲ ਇਹ ਆ ਕਿ ਹੁਣ ਦੇਖੋ ਆਪਣੇ ਕੋਲ ਮਿਸਾਲ ਮੈਂ ਗੱਲ ਕਰਾਂ ਭਾਰਤੀ ਜਨਤਾ ਪਾਰਟੀ ਦੀ ਅਤੇ RSS ਦੀ ਹੈ, ਇਹਨਾਂ ਦਾ ਕਿੰਨਾ ਵੱਡਾ ਆਪਸ ਦੇ ਵਿੱਚ ਤਾਣਾ ਬਾਣਾ। ਇੱਕ ਬੰਦਾ ਅਖੀਰਲੇ 100 ਕਰੋੜ ਬੰਦੇ ਨਾਲ ਜੁੜਿਆ ਹੈ, ਇੱਕ ਬੰਦਾ, ਹਰ ਬੰਦਾ ਇੱਕ ਦੂਜੇ ਨਾਲ ਜੁੜਿਆ ਹੈ। ਅਸੀਂ ਜੁੜੇ ਹੀ ਨਹੀਂ ਕਿਸੇ ਨੂੰ, ਅਸੀਂ ਜੁੜਨਾ ਚਾਹੁੰਦੇ ਹੀ ਨਹੀਂ। ਜੇ ਏਕਾ ਨਹੀਂ ਹੋਵੇਗਾ ਘਰ 'ਚ, ਇੱਕ ਨਹੀਂ ਹੋਵੇਗਾ ਘਰ 'ਚ, ਏਕਤਾ ਨਹੀਂ ਹੋਵੇਗਾ, ਹਾਂਜੀ, ਅਤੇ ਸਾਡੀ ਫਤਿਹ ਕਿੱਥੋਂ? ਅਸੀਂ ਜਿੱਧਰ ਜੀ ਕਰਦਾ ਮੈਂ ਵੋਟ ਪਾ ਦੇਣਾ, ਜਿੱਧਰ ਜੀ ਕਰਦਾ ਸਰਾਰ ਸਾਹਿਬ ਵੋਟ ਪਾ ਦਿੰਦੇ, ਇਹ ਵੋਟ ਪਾ ਦਿੰਦੇ ਨੇ, ਅਤੇ ਮਤਲਬ ਇਹ ਬਾਅਦ ਦੇ ਵਿੱਚ ਸਾਨੂੰ ਕੋਈ ਪੁੱਛਦਾ ਕੋਈ। 4 ਦਿਨ ਮੈਂ ਤੁਹਾਡੀ ਗੱਡੀ 'ਤੇ ਬਹਿ ਕੇ ਚਾਹ ਪੀ ਲਈ, 2 ਦਿਨ ਇਹਨਾਂ ਨੇ ਚਾਹ ਪੀ ਲਈ, ਉਸ ਤੋਂ ਬਾਅਦੋਂ ਧੱਕੇ ਖਾਂਦੇ ਫਿਰੋ, ਮਿੰਨਤਾਂ ਕਰਦੇ ਫਿਰੋ, ਤਰਲੇ ਕਰਦੇ ਫਿਰੋ, ਹਾਂ ਕरेंगे कल कौन, अब तो मैं जा रहा हूँ, मुझे बहुत जल्दी है। ਇਸ ਤਰ੍ਹਾਂ ਦਾ ਸਾਡੇ ਨਾਲ ਪਿਆਰ ਹੁੰਦਾ ਹੈ। ਤਾਂ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਹੈ, ਉਹ ਸਭ ਤੋਂ ਵੱਡੀ, ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕ ਦੇਣਾ ਕਿ ਇਹ ਇੱਕ ਇਤਿਹਾਸਕ ਘਟਨਾਕ੍ਰਮ ਹੁੰਦਾ ਹੈ ਕਿ ਇਸ ਹਰਿਆਣਾ ਸਿੱਖ ਸਮਾਜ ਦਾ ਨੀਂਹ ਪੱਥਰ ਤਾਂ ਰੱਖਿਆ ਗਿਆ ਚੀਕਾ। ਅਗਲੀ ਮੀਟਿੰਗ ਮੈਨੂੰ ਮੇਰੇ ਹਲਕੇ ਦੇ ਬੰਦੇ ਕਹਿ ਰਹੇ ਸਨ ਕਿ ਕਰੀਏ, ਪਿਛਲੇ ਐਤਵਾਰ ਕਰਨੀ ਸੀ, ਪਰ ਮੀਂਹ ਜ਼ਿਆਦਾ ਪੈਣ ਕਰਕੇ ਨਾ ਉਹਨਾਂ ਨੇ ਮੈਨੂੰ ਕਹਿ ਦਿੱਤਾ ਵੀ ਆਪਾਂ ਕੈਂਸਲ ਕਰ ਦਈਏ, 4 ਦਿਨ ਠਹਿਰ ਕਰ। ਅੱਜ ਇੱਥੇ ਤੁਹਾਡੇ ਕੋਲ ਆਉਣਾ ਸੀਗਾ, ਤਾਂ ਆ ਇੱਕ ਇਤਿਹਾਸਕ ਦਿਨ ਹੈ ਤੁਹਾਡੇ ਵਾਸਤੇ, ਇਸ ਇਲਾਕੇ ਵਾਸਤੇ ਮਾਣ ਵਾਲਾ ਦਿਨ ਹੈ, ਖੁਸ਼ੀ ਵਾਲਾ ਦਿਨ ਹੈ ਕਿ ਇਤਿਹਾਸ ਵਿੱਚ ਨਾਂ ਰੱਖਿਆ ਜਾਏਗਾ ਕਿ ਇਸ ਪਿੰਡ ਦੇ ਵਿੱਚ ਹਰਿਆਣਾ ਸਿੱਖ ਸਮਾਜ ਦੀ ਸਭ ਤੋਂ ਪਹਿਲੀ ਮੀਟਿੰਗ ਤੇ ਨੀਂਹ ਪੱਥਰ ਤੁਹਾਡੇ, ਜਿਨ੍ਹਾਂ ਨੇ ਤੁਸੀਂ ਹੁਣ ਰਜਿਸਟਰ 'ਚ ਦਸਤਖਤ ਕਰੋਗੇ ਵੀ ਤੁਹਾਡੇ ਰਾਹੀਂ ਇਸ ਗੱਲ ਦਾ ਨੀਂਹ ਪੱਥਰ ਹੋਵੇਗਾ। ਔਰ ਮੈਂ ਮਹਿਸੂਸ ਕਰਨਾ ਕਿ ਆਪਣਾ ਇਹ ਕੰਮ ਵੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਹੋਇਆ। ਇਸ ਕੰਮ ਨੂੰ ਆਪਾਂ ਟੀਚਾ ਮੰਨਣਾ ਵੀ ਕੀ ਇੱਕ ਪਿੰਡ ਵਿੱਚ ਮਹੀਨਾ ਦੇ ਕੋਈ ਬੜਾ, ਪਰ ਵੱਧ ਤੋਂ ਵੱਧ 3 ਮਹੀਨੇ, 3 ਮਹੀਨੇ 'ਚ ਸਾਰੇ ਪਿੰਡਾਂ ਦੇ ਬੰਦੇ ਇੱਕ ਰਜਿਸਟਰ ਫੜੋ ਅਤੇ ਆਪਣੀ ਇਸ ਤਰ੍ਹਾਂ ਕਿ ਵੀ
ਕ੍ਰਮਾਂਕ 1 ਨਾਂ ਤੇ ਅੱਗੇ ਉਹਨਾਂ ਦਾ ਹਾਊਸ ਨੰਬਰ, ਵਾਰਡ ਨੰਬਰ, ਮੋਬਾਈਲ ਨੰਬਰ ਤੇ ਪਰਿਵਾਰ ਦੀ ਚੀਜ਼। ਉਹਦੇ ਤੇ ਆਪਾਂ ਲਿਖ ਦੇਣਾ ਵੀ ਜਿੱਥੇ ਪਰਿਵਾਰ ਦੇ ਜੀ ਉਹਦੇ ਤੇ ਆਪਾਂ ਲਿਖ ਦੇਣਾ ਹੈ 2022 2022। ਤਾਂ ਇਹ ਸਾਡੀ ਜਨਸੰਖਿਆ ਜਿਹੜੀ ਕਿ ਸਰਕਾਰਾਂ ਕਰਾਉਂਦੀਆਂ ਨੇ। ਇਹ ਇੱਕ ਬਹੁਤ ਵੱਡਾ ਕੰਮ ਹੈ। ਸਰਕਾਰ ਕਈ ਸਾਲ ਲਾ ਦਿੰਦੀ ਹੈ, ਪਰ ਜੇ ਆਪਾਂ ਕੰਮ ਆਪਣੇ ਹੱਥੀਂ ਕਰੀਏ, ਇੱਕ ਪਿੰਡ ਵਾਲਾ ਬੰਦਾ ਕਰੀਏ, ਕੋਆਪਰੇਟਿਵ ਸਿਸਟਮ ਨਾਲ ਕਰੀਏ, ਤਾਂ ਇਹ ਕੰਮ ਜੇ ਮਿੱਥ ਕੇ ਚੱਲ ਪਈਏ ਤਾਂ 3 ਦਿਨਾਂ ਦਾ ਕੰਮ ਹੈ। ਵੱਡੇ ਪਿੰਡ ਵਿੱਚ 7 ਦਿਨਾਂ ਦਾ ਕੰਮ, ਇਸ ਤੋਂ ਵੱਧ ਦਾ ਕੰਮ ਨਹੀਂ। ਹਾਂਜੀ, ਔਰ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜੇ ਆਪਾਂ ਆਪਣੇ ਬੱਚਿਆਂ ਵਾਸਤੇ ਇੰਨਾ ਕੰਮ ਕਰ ਰਹੇ ਹਾਂ, ਦਿਨ ਰਾਤ ਬੱਚੇ ਫਿਰਦੇ, ਸਰਦਾਰ ਸਾਹਿਬ ਸਮਾਂ ਆ ਸਕਦਾ ਹੈ ਕਿ ਤੁਹਾਡਾ ਬੇਟਾ ਨੂੰ ਕੱਲ੍ਹ ਨੂੰ ਟਿਕਟ ਦੀ ਆਫਰ ਆ ਸਕਦੀ, ਤੁਹਾਡੇ ਨੂੰ ਆ ਸਕਦੀ, ਕਿਸੇ ਨੂੰ ਆ ਸਕਦੀ, ਨਾ ਆਵੇ ਅਸੀਂ ਖੋਹ ਕੇ ਲੈਣਾ, ਆਪਣਾ ਹੱਕ ਹੈ। ਅਸੀਂ ਕਿਉਂ ਦੇਈਏ ਕਿਸੇ ਨੂੰ ਆਪਣਾ ਹੱਕ? ਸਾਰੀ ਡੈਮੋਕ੍ਰੇਸੀ ਵਿੱਚ ਤਾਕਤ ਸ਼ਕਤੀ ਦਾ ਕੇਂਦਰ ਵੋਟਰ ਹੈ। ਵੋਟਰ ਤੁਹਾਡੇ ਕੋਲ, ਸਾਡੇ ਕੋਲ, ਸਾਡੇ ਕੋਲ ਕੋਈ ਹੈ? ਹਾਂਜੀ, ਮੈਨੂੰ ਅਸੈਂਬਲੀ 'ਚ ਕਿਸੇ ਨਹੀਂ ਬਣ ਦੇਣਾ, सेक्रेटरीट किसी नहीं बढ़ जाना। हाँ जी, पास दिखाओ जी, पास किसके पास है? भाजपा पार्टी के वर्कर के पास, कांग्रेस के वर्कर के पास। साढ़े को किहड़ा पास है? मैं जो हुड्डा साहब सन उदों असी 10 साल हरियाणा कमेटी के काम के कभी उन्होंने कोठी तो कभी उन्होंने सरकारी अपने दफ्तर सैकरेटरीट असी जाते होंगे सन। मैं उचेचा बड़े ध्यान नाल वेखदा हुंदा सा कि जे कोठी जा रहे हैं तो किन्ने सिख अंदर जा रहे हैं, जे सैकरेटरीट जा रहे हैं तो किन्ने सिख अंदर जा रहे हैं। तो जे सिख सैकरेटरीट नहीं जाता, देखो या तो आप सैकरेटरीट जाना अपनी बदली करवाने वास्ते, रुकवाने वास्ते, या जाना आप किसी व्यापार के काम, ठेका लेना है, कोई काम करना है, कोई दूजा तीजा करना है, कोई इस तरह का व्यापार है, कोई कुछ है, कोई लाइसेंस लेना तो जाना। तो वो सरकार ना सानू देवे, ना सानू कभी पूछे, ना कभी किसी असी कुछ आख भी सानू इस काम का व्यापार का लाइसेंस दो, आ दो, आ दो। वो उस काम के आप हाँ ही नहीं। तो इस वास्ते फिर आप सैकरेटरीट की लैंगे। साडा काम है थाना, वीडियो, DC, इस तो बाद तो वो भी काम साडा कोई लैन देन का नहीं है। तुम मैं तो लड़ पिया, तुम मेरे नाल लड़ पिया, पर्चा दर्ज हो गया, 4 दिन तक तुम का इस तो बाद साडी राजनीतिक साडी ताकत, साडी पहुँच, साडी गलबात, साडी होंद जीरो है। हुण आपां सारे बड़े सियाणे, मैं अपने तौर पर ही मानना, मैं प्राइवेट लाइफ बैठा, मैं समझना मैं इन्हां नाल गल करांगा तो मेरे ज़्यादा सियाणे, इन्हां ज़्यादा समझ। पर अपनी वो समझ किस काम जेड़े अपने कोल जमीन है उनके सिर पर पर रोटी खा ली, जमीन घट गई, या कोई उद्यमी है उन्हें नाल कोई डेयरी फार्म शुरू कर लिया, किसी ने फिशरी फार्म शुरू कर लिया, इस तो वध तो कोई ताकत नहीं। आप जी अमीर होना है, अपने बच्चों का भविख बनाना है, अपन जमीन घटदियाँ पईयां। मेरे पिता जी को जिन्नी जमीन सी वो साढ़े भरावां कोल वंडी गई, अगों साढ़े बच्चे को 4-4 किले, 2-2 किले, 10-10 किले आए। ये हाल अज इस वक्त तो सारे का थोड़ा इस इलाके की थोड़ी जी जमीन ज़्यादा ने, बाकी थावां ते ज़्यादा। ये हकीकत वाली गल्लां ने जिन्हां बारे सानूं सोचना चाहिए, जिन्होंने असीं कन्फ्रंट करना चाहिए, उन्होंने सामना करना चाहिए बई आने वाला कल मेरा अज ठीक लगता है, भलके की बनेगा साढ़े परिवार का, साढ़े बच्चों का। जिन्हें को एक बच्चा, 2 बच्चे, 2 कहेंगे ठीक है मैं रोटी खा ली, जिन्हें को 4 बच्चे नहीं, या जो तरक्की करना चाहते कि तरक्की करनी कि अडानी अंबानी दे देखी जी कि असी तरक्की नहीं कर सकते, असी बड़े नहीं बन सकते, असी क्यों नहीं बनते? मैं देखो जिन्हें भी राजनीतिक नेता होंगे वो ये कहेंगे मेरी पार्टी बड़ी वधिया, मेरी पार्टी को वोट पाओ, मैनू वोट पाओ, बस निश्चिंत होकर बह जाओ, 5 साल घर बैठे रहो, मैं थोड़े घर आपे कर काम आपे कर दूँगा। यही होंदा कि इस तो इलावा होंदा कुछ यही होंदा है जी। तो वो फिर अपने काम कर रहा
ਸਹੀ ਹੈ। ਸਾਡੇ ਕੋਲ ਵੋਟਾਂ ਲਈਆਂ ਐਮਐਲਏ ਹੋਇਆ ਐਮਪੀ ਬਣਿਆ, ਉਹ ਫਿਰ ਉਹਨਾਂ ਦੀ ਯਾਰੀਆਂ, ਉਹਨਾਂ ਦਾ ਸਰਕਲ ਉਹ ਸਾਡਾ ਨਹੀਂ ਰਹਿੰਦਾ। ਉਹ ਪਰਾਏ ਦੇਸ਼ ਦੇ ਬੰਦੇ, ਮੈਂ ਸਮਝਦਾ ਉਹ ਤੁਸੀਂ ਇਹ ਸਮਝ ਲਓ ਕਿ ਉਹ ਸਾਡੇ ਵਾਸਤੇ ਫਿਰ ਅੰਗਰੇਜ਼ ਬਣ ਜਾਂਦੇ। ਉਹ ਸਾਡੇ ਉੱਤੇ ਹਕੂਮਤ ਕਰਨ ਵਾਲੇ ਬਣਦੇ ਨੇ, ਹਕੂਮਤ ਹੀ ਕਰਦੇ ਨੇ, ਸਾਨੂੰ ਦਿੰਦੇ ਕੱਖ ਨਹੀਂ, ਸਾਨੂੰ ਅਸੀਂ ਉਹਨਾਂ ਨੂੰ ਯਾਦ ਵੀ ਨਹੀਂ ਹੁੰਦੇ। ਤਾਂ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਆਪੋ ਆਪਣੇ ਜਿੰਨੇ ਵੀ ਸਾਡੇ ਹੱਕ ਨੇ, ਸਾਡੀ ਹਰਿਆਣਾ ਕਮੇਟੀ ਦੇ ਟਾਈਮ ਉੱਤੇ ਸਾਡੀ ਜਿਹੜੀ ਮਰਦਮਸ਼ੁਮਾਰੀ ਹੈ, ਸਾਡੀ ਜਿਹੜੀ ਅਸੈਸਮੈਂਟ ਹੈ, ਉਹਦੇ ਵਿੱਚ ਮੁਤਾਬਕ 90 ਸੀਟਾਂ ਦੇ ਵਿੱਚੋਂ 33 ਸੀਟਾਂ ਐਸੀਆਂ ਨੇ ਜਿੱਧਰ ਜੇ ਤੁਸੀਂ ਜਿਹੜੀ ਅੱਜ ਸੰਸਥਾ ਦਾ ਤੁਸੀਂ ਨੀਂਹ ਪੱਥਰ ਰੱਖਣਾ ਹੈ, ਅੱਗੇ ਵਧਾਉਣਾ ਹੈ, ਏਕਾ ਕਰਕੇ ਇਹ ਕਹੋ ਕਿ ਅਸੀਂ ਤਾਂ ਇੱਕ ਪਾਸੇ ਵੋਟ ਪਾਉਣਾ ਹੈ। ਜੇ ਸਾਰੀਆਂ ਪਾਰਟੀਆਂ ਤੁਹਾਡੇ ਕੋਲ ਚੱਲ ਕੇ ਨਾ ਆਉਣ ਤਾਂ ਮੇਰਾ ਨਾਮ ਕਿਹੜਾ ਹਲਕਾ ਜਿੱਥੇ ਜਿਹਦੇ 'ਚ ਤੁਹਾਡੀ 5000 ਤੋਂ ਲਾ ਕੇ ਘੱਟੋ ਘੱਟ 5000 ਤੋਂ ਲਾ ਕੇ 25000 ਤੱਕ ਤੁਹਾਡੀ ਵੋਟ ਹੋਈ। ਕੋਈ ਐਸਾ ਹਲਕਾ ਹੈ? ਤੇ 5000 ਵੋਟਾਂ ਲੋਕੀ ਤੇ ਜਿੱਤੇ 35 ਵੋਟਾਂ 45 ਵੋਟਾਂ 235 ਤੇ 5000 ਵੋਟਾਂ ਕਿੱਥੇ ਨਹੀਂ ਗਈਆਂ। ਹੁਣ ਕਾਂਗਰਸ ਪਾਰਟੀ ਹੈ, ਫਾਰ ਐਗਜ਼ਾਮਪਲ ਮੈਂ ਗੱਲ ਕਰਦਾ, ਉਹਨਾਂ ਦਾ ਕਿਹੜਾ ਆਪਸ ਏਕਾ ਹੈ? ਜਿਹਨੇ ਲੀਡਰ ਨੇ ਉਹਨੇ ਗੁੱਟ ਨੇ। ਆਪਾਂ ਸਾਰੇ ਜਿਹੜੇ ਸਿੱਖ ਸਮਾਜ, ਜੇ ਕੱਲ੍ਹ ਨੂੰ ਤੁਹਾਡੇ 10 ਗੁੱਟ ਵੀ ਬਣ ਜਾਣ ਆਉਣ ਵਾਲੇ 10 ਸਾਲਾਂ ਨੂੰ 20 ਸਾਲਾਂ ਨੂੰ, ਤਾਂ ਇਹ ਤਾਂ ਵੇਲੇ ਵੀ ਆ ਕਾਂਗਰਸ ਪਾਰਟੀ ਦੀ ਬੜੀ ਸ਼ਕਤੀ ਹੈ। ਕੋਈ ਪਤਾ ਨਹੀਂ ਜਿਹਨਾਂ ਕੋਲ ਕਿੰਨੀਆਂ ਵੋਟਾਂ ਨੇ। ਹਾਂਜੀ, ਇਹ ਸਾਡੇ ਕੋਲ ਇੱਕ ਵੋਟ ਬੈਂਕ ਤਾਂ ਹੋਵੇਗਾ ਨਾ। ਦਿੱਲੀ ਦਾ ਤੁਸੀਂ ਹਾਲ ਦੇਖ ਲਓ, ਦਿੱਲੀ ਦੇ ਵਿੱਚ ਕੋਈ ਸਿੱਖ ਇੰਨੀ ਵੱਡੀ ਗਿਣਤੀ 'ਚ ਤਾਂ ਕੋਈ ਨਹੀਂ, ਪਰ ਹਰ ਪਾਰਟੀ ਇਹ ਕਹਿੰਦੀ ਕਿ ਇਹਨਾਂ ਨਾਲ ਸਮਝੌਤਾ ਕਰੋ, ਅਲਾਇੰਸ ਕਰੋ, 4 ਸੀਟਾਂ ਦਿਓ ਅਤੇ 14 ਸੀਟਾਂ ਜਿੱਤੋ। ਜਿਹਨੇ ਜਿੱਤਣਾ ਇੱਥੋਂ ਸਾਰਾ ਜਿਹੜਾ ਪੰਜਾਬੀ ਬੈਲਟ ਹੈ ਉਹਨੂੰ ਤੁਹਾਡੀ ਲੋੜ ਹੈ। ਅਤੇ ਤੁਸੀਂ ਆਪਾਂ ਮੁਫਤ ਵੋਟਾਂ ਪਾ ਦੇਣ, ਉਸ ਤੋਂ ਬਾਅਦ ਕਦੀ ਕਿਸੇ ਨੂੰ ਪੁੱਛਿਆ ਹੀ ਕੋਈ ਨਹੀਂ। ਤਾਂ ਇਸ ਵਾਸਤੇ ਇਸ ਗੱਲ ਦੀ ਲੋੜ ਨੂੰ ਵੇਖ ਕੇ ਹਰਿਆਣਾ ਸਿੱਖ ਸਮਾਜ ਪਾਰਟੀ ਬਣਾਈ ਹੈ। ਉਹਦਾ ਸਭ ਤੋਂ ਵੱਡਾ ਮਕਸਦ ਹੈ ਕਿ ਤੁਹਾਡਾ ਏਕਾ ਹੋਵੇ ਅਤੇ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਵੀ ਹਰਿਆਣਾ ਸਿੱਖ ਸਮਾਜ ਦੇ ਵਿੱਚ ਹਰਿਆਣੇ ਦੇ ਵਿੱਚ ਇੰਨੇ ਬੰਦੇ ਨੇ। ਦੂਜਾ ਮਕਸਦ ਇਹ ਆ ਕਿ ਆਪਣੀ 1.5-2 ਸਾਲ ਤੋਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਹੋਣਾ। ਉਸ ਇਲੈਕਸ਼ਨ ਦੇ ਵਿੱਚ ਜੇ ਸਾਡੇ ਕੋਲ ਕੋਈ ਸੰਸਥਾ ਨਾ ਹੋ ਤਾਂ ਅਸੀਂ ਇਲੈਕਸ਼ਨ ਕਿਸ ਤਰ੍ਹਾਂ ਲੜਾਂਗੇ? ਹੁਣ ਮੈਂ ਪੰਜਾਬ ਦੀ ਗੱਲ ਕਰਦਾ। 1925 ਦੇ ਵਿੱਚ ਪਹਿਲਾ ਹਾਊਸ ਬਣਿਆ ਸੀ। ਅੱਜ 2022 ਹੋ ਗਿਆ, ਸਮਝ ਲਓ ਵੀ 100 ਸਾਲ ਵਿੱਚ 3 ਸਾਲ ਬਾਅਦ ਉਹਨਾਂ ਨੇ ਆਪਣੇ ਕੈਂਡੀਡੇਟ ਖੜੇ ਕਰਨ ਵਾਸਤੇ ਅਜੇ ਤੱਕ ਕੋਈ ਧਾਰਮਿਕ ਸੰਸਥਾ ਨਹੀਂ ਬਣਾਈ। ਰਾਜਨੀਤਿਕ ਸੰਸਥਾ ਜਿਹੜੀ ਇਹ ਪਾਰਟੀ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ, ਉਹ ਟਿਕਟਾਂ ਦਿੰਦੀ ਹੈ। ਉਹਦੇ ਵਿਰੁੱਧ ਜਾ ਕੇ ਕਿਸੇ ਬੰਦੇ ਨੇ ਮੁਕੱਦਮਾ ਕਰ ਦਿੱਤਾ, ਉਹ ਮੁਕੱਦਮਾ ਅਜੇ ਵੀ ਚੱਲਦਾ ਪਿਆ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਇੱਕੋ ਨਾਂ ਦੇ ਥੱਲੇ 2 ਹਿੱਸੇ ਬਣਾਏ, ਇੱਕ ਰਾਜਨੀਤਿਕ ਅਤੇ ਇੱਕ ਧਾਰਮਿਕ। ਉਹ ਕਹਿੰਦੇ ਨੇ ਵੀ ਇਹ ਕਿਸ ਹੋ ਸਕਦਾ? ਇਲੈਕਸ਼ਨ ਕਮਿਸ਼ਨ ਤੋਂ ਚੈਲੰਜ ਹੋਇਆ ਔਰ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਉਹਨਾਂ ਨੂੰ ਵੀ ਜਿਹੜੀ ਮਰਜ਼ੀ ਨਾਂ ਦੀ ਸੰਸਥਾ ਬਣਾ, ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਨ ਵਾਸਤੇ ਸੰਸਥਾ ਬਣਾ ਕੇ ਇਲੈਕਸ਼ਨ ਲੜੋ। ਜੇ ਤੁਹਾਡੀ ਹਰਿਆਣਾ ਕਮੇਟੀ ਦੀਆਂ ਤੁਸੀਂ ਮੇਰੀਆਂ ਬਾਕੀ ਕੋਈ ਵੀ ਗੱਲਾਂ ਨਾ ਮੰਨੋ ਤਾਂ ਇਲੈਕਸ਼ਨ, ਜਿਵੇਂ ਪੰਚਾਇਤਾਂ ਦਾ ਇਲੈਕਸ਼ਨ ਲੜਨਾ ਆਪਣੀ ਮਜਬੂਰੀ, ਇਸੇ ਤਰ੍ਹਾਂ ਇਹ ਇਲੈਕਸ਼ਨ ਲੜਨਾ ਵੀ ਆਪਣੀ ਮਜਬੂਰੀ। ਅਤੇ ਉਸ ਵਕਤ ਆਪਾਂ ਭੱਜੇ ਫਿਰਾਂਗੇ ਵੀ ਸੰਸਥਾ, ਉਹ ਕਹਿਣਗੇ ਜੀ ਤੁਹਾਨੂੰ ਤਾਂ ਸਿੰਬਲ ਤਾਂ ਮਿਲੇਗਾ ਜੇ ਤੁਸੀਂ ਆਪਣੀ ਸੰਸਥਾ ਰਜਿਸਟਰ ਕਰਾ ਕੇ ਆਓ, ਨਹੀਂ ਤਾਂ ਤੁਹਾਨੂੰ ਸਿੰਬਲ ਨਹੀਂ ਮਿਲਣਾ। ਅਤੇ ਜੇ ਆਪਾਂ 40 ਬੰਦੇ ਖੜੇ ਕਰ ਵੀ ਲਏ ਅਤੇ ਕਿਸੇ ਨੂੰ ਗੱਡਾ ਮਿਲ ਗਿਆ, ਕਿਸੇ ਨੂੰ ਲਾਲਟਨ ਮਿਲ ਗਈ ਅਤੇ ਕਿਸੇ ਨੂੰ ਕੁਛ ਮਿਲ ਗਿਆ, ਅਤੇ ਗੱਲ ਤਾਂ ਕੁਛ ਬਣੀ। ਆਪਾਂ ਸਿਆਣੀ ਸੋਚ ਉਹ ਜਿਹੜਾ ਸਮੇਂ ਤੋਂ ਪਹਿਲਾਂ ਜਾਗੇ, ਸਿਰਫ ਜਾਗੇ ਨਹੀਂ, ਉਹਦੇ 'ਤੇ ਅਮਲ ਕਰੇ ਅਤੇ ਉਸ ਕੰਮ ਨੂੰ ਕੰਮ ਕਰੇ। ਮੈਂ ਬਾਰ-ਬਾਰ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਹਰਿਆਣੇ ਦੀ ਸਿੱਖ ਸੰਗਤ ਨੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਨੀਆ ਗਾਂਧੀ ਕੋਲ ਧੱਕੇ ਨਾਲ ਲੈ ਲਈ, ਉਹਦੇ ਵਾਸਤੇ ਹਰਿਆਣਾ ਸਿੱਖ ਸੰਗਤ ਬਣਾਉਣੀ ਹੈ, ਇਲੈਕਸ਼ਨ ਲੜਨੇ। ਜੇ ਤੁਸੀਂ ਇਹ ਕੰਮ ਨਾ ਕੀਤਾ ਤਾਂ ਇੱਥੇ ਤੁਹਾਡੇ ਪ੍ਰਕਾਸ਼ ਸਿੰਘ ਕਮੇਟੀ ਅਸਾਂ ਬਣਾਈ, ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਸਾਰੇ ਸੰਦ ਨੇ, ਸਾਰੇ ਬੰਦੇ ਨੇ, ਉਹਨਾਂ ਦਾ ਚੰਗਾ ਮੰਦਾ ਅਕਾਲੀ ਦਲ ਵੀ ਇੱਥੇ ਬੈਠਾ, ਉਹ ਆਪਣੇ ਬੰਦੇ ਖੜੇ ਕਰਨਗੇ, ਤੁਹਾਨੂੰ ਕਿਸੇ ਨਹੀਂ ਪੁੱਛਣਾ, ਇਹ ਤੁਹਾਡੀ ਮਰਜ਼ੀ। ਜੇ ਨਹੀਂ ਤੇ ਸੰਤ ਬਾਬੂ ਦਾਦੂ ਵਾਲੀ ਆਪਣਾ ਭਾਜਪਾ ਦਾ ਥਾਪੜਾ ਲੈ ਕੇ ਉਹ ਤਿਆਰ ਹੋਇਆ ਬੈਠਾ। ਇਸ ਵਕਤ ਦਾਦੂਆ ਇੱਕ ਛੜਯੰਤਰ ਦੇ ਤਹਿਤ ਉਹਨੂੰ
ਤੁਹਾਡੀ MP ਸੁਨੀਤਾ ਦੁੱਗਲ ਨੂੰ ਉਹਨੇ ਅਪਰੋਚ ਕੀਤਾ। ਇਹ ਹਕੀਕਤ ਹੈ। ਸੁਨੀਤਾ ਦੁੱਗਲ ਨੇ ਅਪਰੋਚ ਕੀਤਾ, ਸੌਰੀ ਦਾਦੂਵਾਲ ਨੇ ਅਪਰੋਚ ਕੀਤਾ ਸੁਨੀਤਾ ਦੁੱਗਲ ਨੂੰ। ਸੁਨੀਤਾ ਦੁੱਗਲ ਉਹਨਾਂ ਨੂੰ ਅੰਮ੍ਰਿਤ ਸ਼ਾਹ ਕੋਲ ਲੈ ਕੇ ਗਈ ਅਤੇ ਅੰਮ੍ਰਿਤ ਸ਼ਾਹ ਨੇ ਉਹਨੂੰ ਥਾਪੜਾ ਦਿੱਤੀ ਕਿ ਵੀ ਸਾਡੇ ਵੱਲੋਂ ਤੈਨੂੰ ਥਾਪੜਾ, ਤੂੰ ਹਰਿਆਣਾ ਕਮੇਟੀ ਦਾ ਪ੍ਰਧਾਨ ਬਣ, ਜਿਹੜਾ ਕੇਸ ਤੁਹਾਡਾ ਚੱਲਦਾ ਪਿਆ ਉਹ ਵੀ ਅਸੀਂ ਛੇਤੀ ਨਿਪਟਾਵਾਂਗੇ, ਤੈਨੂੰ ਹਰ ਕਿਸਮ ਦੀ ਸਰਕਾਰੀ ਹਰ ਕਿਸਮ ਦੀ ਤੈਨੂੰ ਸਹੂਲਤ ਦਿਆਂਗੇ ਅਤੇ ਤੁਸੀਂ ਪ੍ਰਧਾਨ ਬਣੋ। ਅਤੇ ਉਹ ਕਹਿੰਦੇ ਤੁਸੀਂ ਮੈਨੂੰ ਪ੍ਰਧਾਨ ਬਣਾਓ ਅਤੇ ਸਾਰਾ ਸਿੱਖ ਵੋਟ ਬੈਂਕ ਮੇਰੇ ਨਾਲ ਜੁੜੇਗਾ ਅਤੇ ਮੈਂ ਤੁਹਾਨੂੰ ਵੋਟਾਂ ਦਿਵਾਵਾਂਗਾ ਅਤੇ ਤੁਹਾਡੇ ਇੱਥੋਂ MLA ਚ। ਬੜੀ ਡੂੰਘੀ ਸਾਜ਼ਿਸ਼ ਹੈ। ਇੱਕ ਮੇਰੀ ਹੋਰ ਬੇਨਤੀ ਸੁਣੋ, ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹੜਾ ਇਸ ਵਕਤ ਉਹਨਾਂ ਦਾ ਪ੍ਰਧਾਨ ਹੈ, ਜਿਹੜੇ ਸਿਰਸਾ ਜੀ ਸਨ ਪਹਿਲੋਂ ਪ੍ਰਧਾਨ, ਕੀ ਨਾਮ ਸਰ ਸੀਗਾ? ਮਨਜਿੰਦਰ ਸਿੰਘ ਸਿਰਸਾ। ਹਾਂ, ਮਨਜਿੰਦਰ ਸਿੰਘ ਸਰਸਾ। ਮਨਜਿੰਦਰ ਸਿੰਘ ਸਰਸਾ ਮੋਦੀ ਜੀ ਦੀ ਗੋਦੀ ਜਾ ਕੇ ਬਹਿ ਗਏ ਤਾਂ ਉਹ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਕੀ ਨਾਮ ਉਹਨਾਂ ਦਾ? ਕਾਲਕਾ ਜੀ, ਹਰਮੀਤ ਕਾਲਕਾ ਜੀ, ਹਰਮੀਤ ਸਿੰਘ ਕਾਲਕਾ। ਹਰਮੀਤ ਸਿੰਘ ਕਾਲਕਾ ਤਾਂ ਉਹ ਹਰਮੀਤ ਸਿੰਘ ਕਾਲਕਾ ਜਿਹੜਾ ਇਸ ਵਕਤ ਪ੍ਰਧਾਨ ਸੀਗਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਉਹਨਾਂ ਨੂੰ ਪੱਟ ਕੇ ਲਾਇਆ, ਮੋਦੀ ਸਾਹਿਬ ਨਾਲ ਅੰਮ੍ਰਿਤ ਸ਼ਾਹ ਨਾਲ ਵਾਕਫੀਅਤ ਕਰਾਈ। ਹੁਣ ਉਹ ਇਸ ਵਕਤ ਮੁਕੰਮਲ ਤੌਰ ਤੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਇਸ ਵਕਤ ਭਾਜਪਾ ਦਾ ਇੰਦਰ। ਜਿਵੇਂ ਪਾਕਿਸਤਾਨ ਬਣਨ ਤੋਂ ਪਹਿਲਾਂ, ਹਿੰਦੁਸਤਾਨ ਦੇ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ ਮਹੰਤਾਂ ਦੇ ਰਾਹੀਂ ਗੁਰਦੁਆਰੇ 'ਤੇ ਰਾਜ ਕਰਦੇ ਸਨ, ਉਹ ਸਮਾਂ ਭਰਾਵੋ ਫੇਰ ਆ ਗਿਆ ਜੀ। ਇਹ ਮੇਰੀ ਗੱਲ ਯਾਦ ਰੱਖੋ। ਦਿੱਲੀ ਵਿੱਚ ਆ ਚੁੱਕਿਆ, ਹਰਿਆਣੇ 'ਚ ਪਹਿਲਾਂ ਆ ਚੁੱਕਿਆ। ਇਸ ਵਕਤ ਦਾਦੂਵਾਲ ਗੁਰਦੁਆਰੇ ਦਾ ਪ੍ਰਧਾਨ, ਡੇਰਾ ਸਾਡੇ ਗੁਰਦੁਆਰੇ ਦੇ ਡੇਰੇ ਵਾਲਾ। ਮੈਂ ਤੁਹਾਨੂੰ ਇਸ ਗੱਲ ਬਾਰੇ ਸਪਸ਼ਟ ਤੌਰ 'ਤੇ ਪੁੱਛਣਾ ਚਾਹੁੰਦਾ ਇੱਕ ਬੰਦੇ ਕਿ ਜੋ ਦਾਦੂਵਾਲ ਨੇ, ਕਿਉਂਕਿ ਦਾਦੂਵਾਲ ਆਪ ਡੇਰੇ ਦਾ ਮਾਲਕ ਹੈ, ਗੁਰਸਿੱਖੀ ਉਹਦੇ ਕੋਲ ਹੈ ਨਹੀਂ, ਤੁਹਾਨੂੰ ਸਭ ਨੂੰ ਬਹੁਤ ਚੰਗੀ ਤਰ੍ਹਾਂ ਪਤਾ। ਤੁਹਾਡੇ ਏਰੀਏ ਦੇ ਇੱਥੇ ਆਉਂਦਾ ਰਹਿੰਦਾ, ਮੈਂ ਅੰਦਰ ਵੜਿਆ, ਉੱਥੋਂ ਦੀ ਫੋਟੋ ਲੱਗੀ ਸੀ, ਤਾਂ ਕਿ ਉਹ ਗੁਰਸਿੱਖੀ ਦੇ ਅਸੂਲਾਂ ਉੱਤੇ ਗੁਰੂ ਘਰ ਵਿੱਚ ਨੇਕ ਨੀਅਤ ਉਹਦਾ ਪ੍ਰਬੰਧ ਕੀ ਉਹਦੇ ਕੋਲ ਹੈ? ਕਿਉਂ ਜੀ? ਤੁਹਾਡਾ ਕੀ ਵਿਚਾਰ? ਨਹੀਂ ਹੈ ਜੀ। ਨਹੀਂ ਹੈ ਨਾ? ਹਾਂਜੀ, ਤਾਂ ਤੁਹਾਡਾ ਤਾਂ ਮੇਰੀ ਬੇਨਤੀ ਆ, ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ, ਗੱਲ ਇੱਕ ਬੜੀ ਸਪਸ਼ਟ ਹੈ ਕਿ 1947 ਤੋਂ ਪਹਿਲਾਂ ਜਿਵੇਂ ਮਹੰਤਾਂ ਦਾ ਰਾਜ ਸੀਗੀ ਅੰਗਰੇਜ਼ਾਂ ਦੇ ਰਾਜ ਦੇ, ਉਸੇ ਤਰ੍ਹਾਂ ਦਾ ਹੀ ਹੁਣ ਹਰਿਆਣੇ 'ਚ ਫਿਰ ਸਮਾਂ ਆ ਗਿਆ ਕਿ ਦਾਦੂਵਾਲ ਨੂੰ 2 ਸਾਲ ਹੋ ਗਏ ਨੇ, ਉਹਦਾ 1.5 ਸਾਲ ਦਾ ਸਮਾਂ ਸੀਗਾ ਪ੍ਰਧਾਨ। 1.5 ਸਾਲ ਖਤਮ ਹੋ ਗਿਆ। ਆਪਣੀ ਹਰਿਆਣੇ ਵਿੱਚ ਪੰਚਾਇਤਾਂ ਦੇ ਇਲੈਕਸ਼ਨ ਨਹੀਂ ਹੋਏ, ਕਰੋਨੇ ਕਰਕੇ ਦੂਜੇ ਤੀਜੇ ਕਰਕੇ ਐਕਸਟੈਂਡ ਹੋ ਗਏ। ਜਦੋਂ 5 ਸਾਲ ਦਾ ਸਮਾਂ ਖਤਮ ਹੋਇਆ ਤਾਂ ਤੁਸੀਂ ਸਰਪੰਚ ਹੋ, ਤੁਹਾਡੇ ਕੋਲ ਅਧਿਕਾਰੀ ਆ ਗਏ, ਲਿਆ ਵੀ ਰਜਿਸਟਰ ਦੇ ਦੇ, ਵੋਟ ਦੇ ਦੇ, ਅੱਜ ਤੋਂ ਬਾਅਦ ਤੂੰ ਸਰਪੰਚ ਕੋਈ ਨਹੀਂ, ਕੋਈ ਕਿਸੇ ਕਿਸਮ ਦੇ ਬਤੌਰ ਸਰਪੰਚ ਨੂੰ ਦਸਤਖਤ ਕੀਤਾ। ਅਸੀਂ ਖੱਟਰ ਸਾਹਿਬ ਨੂੰ 27 ਮਾਰਚ, ਇਸੇ 27 ਮਾਰਚ ਨੂੰ ਅਸੀਂ ਸਾਰੀ ਹਰਿਆਣਾ ਕਮੇਟੀ ਵਾਲੇ ਜਾ ਕੇ ਮਿਲੇ ਸੀ ਕਿ ਜੀ ਇਹਦਾ ਟਾਈਮ ਖਤਮ ਹੋ ਗਿਆ 18 ਮਹੀਨੇ ਦਾ ਅਤੇ ਇਹਨੂੰ ਲਾਓ। ਉਹ ਕਹਿੰਦਾ ਜੀ ਭਾਵੇਂ ਇਹਦਾ ਮਹੀਨਾ 18 ਮਹੀਨੇ ਦਾ ਟਾਈਮ ਖਤਮ ਹੋਇਆ ਨਹੀਂ ਹੋਇਆ, ਜਿੰਨਾ ਚਿਰ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਹੁੰਦਾ, ਸੁਪਰੀਮ ਕੋਰਟ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਘਰ ਘਰ ਵੋਟਾਂ ਨਹੀਂ ਬਣਾਉਂਦਾ, ਜਿਸ ਕੰਮ ਨੂੰ 2-2.5 ਸਾਲ ਲੱਗਣਗੇ। ਅਤੇ ਜਦੋਂ ਇਲੈਕਸ਼ਨ ਹੋਵੇਗਾ ਉਸ ਵਕਤ ਤੁਹਾਡੇ ਵਿੱਚੋਂ ਕੋਈ ਸੰਗਤ ਜਿੱਤ ਕੇ ਆ ਜਾਏ, ਭਾਵੇਂ ਇਹ ਜਿੱਤੇ ਅਤੇ ਭਾਵੇਂ ਸੰਗਤ ਜਿੱਤੇ, ਫਿਰ ਉਹ ਰਾਜ ਕਰੇਗਾ। ਉਹਨਾਂ 'ਚ ਇਹ ਆ, ਇਹ ਮੁੱਖ ਮੰਤਰੀ ਦੇ ਆਪਣੇ ਲਫ਼ਜ਼ ਨੇ ਜਿਹੜੇ ਸਾਨੂੰ, ਅਸੀਂ 11 ਬੰਦੇ ਗਿਆ ਸਾਂ, ਸਾਨੂੰ ਉਹਨਾਂ ਨੇ ਗੱਲਾਂ ਕਹੀਆਂ। ਤਾਂ ਇਹ ਗੱਲਾਂ ਬੜੀਆਂ ਗੰਭੀਰ ਨੇ, ਚਿੰਤਾਜਨਕ ਨੇ, ਪੰਥ ਵਾਸਤੇ ਬੜੀ ਖਤਰੇ ਵਾਲੀ ਗੱਲ ਹੈ। ਅਤੇ ਆਪਾਂ ਬਤੌਰ ਪੰਥ ਆਪਾਂ ਅਜੇ ਤੱਕ ਸੋਚਦੇ ਕੋਈ ਨਹੀਂ। ਸਾਡੇ ਕੋਲ ਪਲੈਟਫਾਰਮ ਹੈ, ਇਹ ਤੁਹਾਡਾ ਪਲੈਟਫਾਰਮ ਹੈ। ਹਰਿਆਣਾ ਸਿੱਖ ਸਮਾਜ ਸਿੱਧਾ ਹੀ ਤੁਸੀਂ ਸਾਰੇ ਬਸ ਬਣ ਗਏ ਹਰਿਆਣਾ ਸਿੱਖ ਸਮਾਜ। ਆਪਣੀਆਂ ਬਲਾਕ ਸੰਮਤੀ, ਬਲਾਕ ਦੇ ਬਣਾਓ, ਪ੍ਰਧਾਨ ਬਣਾਓ, ਮੈਂਬਰ ਬਣਾਓ, ਸਾਰਾ ਸਭ ਕੁਝ ਕਰੋ, ਬਲਾਕ ਵਾਈਜ਼ ਕੰਮ ਕਰੋ। ਇਹ ਜਥੇਦਾਰ ਸਰਦਾਰ ਬਲਦੇਵ ਸਿੰਘ ਖਾਲਸਾ ਬੈਠੇ ਨੇ, ਇਹ ਦਰੇ ਬੈਠੇ ਨੇ ਮਾਖਾ ਸਾਹਿਬ, ਤਾਂ ਸਾਰੇ ਰਲ ਕੇ ਜ਼ਿਲ੍ਹਾ ਸੰਭਾਲੋ, ਇਹਨਾਂ ਨੂੰ ਬੁਲਾਓ, ਇਹ ਤੁਹਾਡੇ ਕੋਲ ਹਾਜ਼ਰ ਨੇ, ਦਾਸ ਨੂੰ ਹੁਕਮ ਕਰੋ, ਮੈਂ ਹਾਜ਼ਰ। ਆਪਾਂ ਥੋੜ੍ਹੇ ਦਿਨ ਮਿਹਨਤ ਕਰੋ, ਹਰਿਆਣਾ ਸਿੱਖ ਸਮਾਜ ਬਣਾ ਵੀ ਲਈਏ
ਤੇ ਅਗਲੀ ਗੱਲ ਵੀ ਬਣਿਆ ਦਿਸੇ ਵੀ ਸਰਕਾਰ ਤੱਕ ਮੈਸੇਜ ਵੀ ਜਾਏ, ਅਖਬਾਰਾਂ 'ਚ ਵੀ ਜਾਏ। ਤੇ ਆਪਾਂ ਜਿਸ ਵਕਤ ਤੁਸੀਂ ਇਹ ਬਣਾ ਲਿਆ ਤਾਂ ਫਿਰ ਆਪਾਂ ਕੋਈ ਜਲਸੇ ਕਰਾਂਗੇ, ਕੋਈ ਜਲੂਸ ਕਰਾਂਗੇ, ਕੋਈ ਡੀਸੀ ਨੂੰ ਮੰਗ ਪੱਤਰ ਦਿਆਂਗੇ, ਕੋਈ ਆਏ ਮੰਤਰੀ ਨੂੰ ਘੇਰਾਂਗੇ, ਕੋਈ ਦੂਜਾ ਤੀਜਾ ਕਰਾਂਗੇ ਵੀ ਸਾਡਾ ਇਲੈਕਸ਼ਨ ਤੁਸੀਂ ਕਿਉਂ ਨਹੀਂ ਕਰਵਾਉਂਦੇ, ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕੇਸ ਹੈ ਕਿਉਂ ਲਮਕਾਇਆ ਹੋਇਆ। ਸਾਰੀਆਂ ਗੱਲਾਂ ਜਾਣ ਕੇ ਲਮਕਾਈਆਂ ਨੇ ਔਰ ਆਪਾਂ ਨੂੰ ਕੋਈ ਪਤਾ, ਆਪਾਂ ਬੇਖਬਰ ਸੁੱਤੇ ਪਏ ਹਾਂ। ਦੇਖੋ ਹਰ ਇੱਕ ਬੰਦੇ ਨੇ ਆਪੋ ਆਪਣੇ ਘਰ ਦੇ ਕੰਮ ਕਰਨੇ ਨੇ। ਮੈਂ ਵੀ ਸਮਾਜਿਕ ਬੰਦਾ, ਪਰਿਵਾਰਕ ਬੰਦਾ, ਹਰ ਇੱਕ ਬੰਦੇ ਨੇ ਪਰਿਵਾਰ ਪਾਲਣਾ ਹੈ, ਆਪਾਂ ਵੀ ਪਾਲਣਾ, ਸਾਰਿਆਂ ਨੇ ਪਾਲਣਾ। ਪਰ ਮੈਂ ਇੱਕੋ ਇੱਕ ਬੇਨਤੀ ਕਰ ਰਿਹਾ ਹਾਂ ਕਿ ਦਸਵੰਧ ਦਾ ਦਸਵੰਧ ਉਹ ਕੱਢਣਾ ਕਿਸੇ ਵੀ ਬੰਦੇ ਵਾਸਤੇ ਕੋਈ ਔਖਾ ਨਹੀਂ। ਕਿਸੇ ਵੀ ਬੰਦੇ को ਆਪਣੀ ਨੀਅਤ ਸਾਫ਼ ਕਰੋ, ਦਸਵੰਧ ਦਾ ਦਸਵੰਧ ਬਣੋ ਔਰ ਆਪਣੀ ਇੱਕ ਸੰਸਥਾ ਬਣਾਓ, ਇੱਕ ਮੁੱਠ ਹੋਵੋ ਅਤੇ ਸਾਰਿਆਂ ਨੂੰ ਦਿਸੇ ਤੇ ਤੁਹਾਡੀ ਫਤਿਹ ਹਾਸਲ ਹੋਵੇ। ਬਸ ਮੇਰੀ ਤਾਂ ਇੱਕੋ ਇੱਛਾ ਇਹ ਸਾਰੀ ਜਿਹੜੀ ਗੱਲਬਾਤ ਹੈ ਮੈਂ ਤੁਹਾਨੂੰ ਦੱਸ ਦਿੱਤੀ ਹੈ। ਔਰ ਆਮ ਤੌਰ 'ਤੇ ਇਹ ਹੁੰਦਾ ਹੈ ਕਿ ਜਿਹੜੇ ਬੰਦੇ ਆਉਂਦੇ ਨੇ ਲੀਡਰ ਉਹ ਆਪਣਾ ਭਾਸ਼ਣ ਦੇ ਕੇ ਤੇ ਘਰ ਟੁੱਟ ਜਾਂਦੇ ਨੇ। ਮੈਂ ਤੁਹਾਡੇ ਕੋਲੋਂ ਪੁੱਛਣਾ ਹੈ ਬਈ ਅੱਜ ਸ਼ੁਰੂ ਕੀਤਾ ਹੈ, ਅੱਜ ਪਹਿਲਾ ਦਿਨ ਹੈ ਬਈ ਮੇਰੀ ਗੱਲ ਵਿੱਚ, ਮੇਰੀ ਸੋਚ ਵਿੱਚ ਕੋਈ ਉਕਾਈ, ਕੋਈ ਕਮੀ, ਕੋਈ ਕੁਛ ਹੋਵੇ ਉਹ ਮੈਨੂੰ ਦੱਸਣ ਦੀ ਕਿਰਪਾਲਤਾ ਕਰੋ। ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ। ਦੋ ਸਵਾਲ ਨੇ ਜੀ। ਇੱਕ ਤਾਂ ਜਿਹੜਾ ਜ਼ਿਲ੍ਹਾ ਬਠਿੰਡਾ ਤਹਿਸੀਲ ਮਥਾਣਾ ਦੇ ਕਿਸੇ ਬੰਦੇ ਨੇ ਬਾਦਲਾਂ ਦੇ ਉਹਦੇ ਕੋਲੋਂ ਕੇਸ ਕਰਵਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਖਿਲਾਫ। ਉਹ ਕੇਸ ਦੀ ਕੀ ਹਾਲਤ ਹੈ, ਕਿੱਥੋਂ ਤੱਕ ਪਹੁੰਚਿਆ? ਦੂਜਾ, ਅਗਰ ਆਪਾਂ ਜਿੱਤ ਵੀ ਜਾਂਦੇ ਹਾਂ, ਆਪਾਂ ਉਹ ਕੇਸ ਜਿੱਤ ਜਾਂਦੇ ਆ ਤੇ ਆਪਣੇ ਕਿੰਨੇ ਮੈਂਬਰ ਬਣਨਗੇ ਹਰਿਆਣੇ ਦੇ? ਇਹ ਦੱਸੋ ਜੀ। ਤੁਹਾਡੇ ਪਹਿਲੇ ਸਵਾਲ ਦਾ ਜਵਾਬ ਇਹ ਹੈ ਬਈ ਜਿਹੜਾ ਕੋਰਟ ਦਾ ਕੇਸ ਹੈ ਉਹਦੀ ਪੋਜੀਸ਼ਨ ਕੀ ਹੈ। ਪਰਸੋਂ ਐਡਵੋਕੇਟ ਜਨਰਲ ਹਰਿਆਣਾ, ਮੈਂ ਉਹਦੇ ਦਫ਼ਤਰ ਗਿਆ ਸਾਂ, ਉਹਨੂੰ ਜਾ ਕੇ ਮਿਲਿਆ ਸੀ, ਉਹਨੂੰ ਜਾ ਕੇ ਪੁੱਛਿਆ ਸੀਗਾ ਬਈ ਸਾਡਾ ਕੇਸ ਚੱਲਦੇ ਨੂੰ 8 ਸਾਲ ਹੋ ਗਏ, ਦੱਸੋ ਵੀ ਉਹਦੀ ਕੀ ਪੋਜੀਸ਼ਨ। ਉਹ ਕਹਿਣ ਲੱਗੇ ਵੀ ਅਸੀਂ ਬੜੇ ਚੰਗੇ ਵਕੀਲ ਲਾਏ ਹੋਏ, ਮਿਹਨਤ ਕਰਦੇ ਪਏ, ਇੱਕ ਦੋ ਬਹਿਸਾਂ ਵੀ ਹੁੰਦੀਆਂ ਨੇ। ਹੁਣ ਅਖੀਰਲੀ ਬਹਿਸ ਦਾ ਟਾਈਮ ਨੇੜੇ ਆ, ਅਖੀਰਲਾ ਫੈਸਲਾ ਤਾਂ ਜੱਜਾਂ ਨੇ ਕਰਨਾ ਹੈ। ਸਾਡੇ ਵੱਲੋਂ ਅਸੀਂ ਜੋ ਕੁਝ ਵੀ ਹੋ ਸਕਦਾ ਹੈ ਹਰਿਆਣੇ ਦੇ ਹਿੱਤ ਵਿੱਚ ਅਸੀਂ ਕਾਰਵਾਈ ਕਰਾਂਗੇ। ਔਰ ਮੇਰੀ ਉਮੀਦ ਇਹ ਹੈ ਕਿ ਬਈ ਵੱਧ ਤੋਂ ਵੱਧ 6 ਮਹੀਨੇ ਹੋ ਸਕਦਾ ਹੈ ਅਗਲੀ ਪੇਸ਼ੀ 'ਤੇ ਫੈਸਲਾ ਹੋਵੇ। 6 ਹਫ਼ਤਿਆਂ ਬਾਅਦ ਇੱਕ ਪੇਸ਼ੀ ਕਰਦੀ ਤਰੀਕ ਪਈ ਤਾਂ ਤੁਹਾਡਾ 6 ਹਫ਼ਤੇ ਜਾਂ ਅਗਲੇ 6 ਹਫ਼ਤੇ ਮੈਕਸੀਮਮ 6 ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਡੀ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਸੁਪਰੀਮ ਕੋਰਟ ਨੇ ਦੇ ਦੇਣਾ। ਜਿੱਦਣ ਦਿੱਤਾ, ਬੜਾ ਵਧੀਆ ਇਹਨਾਂ ਨੇ ਸਵਾਲ ਕੀਤਾ, ਜਿੱਦਣ ਦਿੱਤਾ ਫੈਸਲਾ ਉਦੋਂ ਦਾਦੂਵਾਲ ਤੁਹਾਡਾ 60 ਗੁਰਦੁਆਰੇ ਦਾ ਪ੍ਰਧਾਨ ਬਣ ਕੇ ਕਈ 100 ਕਰੋੜ ਤੇ ਕਈ ਹਜ਼ਾਰ ਏਕੜ ਜ਼ਮੀਨ ਦਾ ਵਾਹਦ ਮਾਲਕ ਮਹੰਤ, ਪ੍ਰਧਾਨ ਮਹੰਤ ਨਹੀਂ ਹੁੰਦਾ, ਉਹ ਉਹਦੇ 'ਚ ਸੰਗਤ ਹੁੰਦੀ ਹੈ। ਜਿਹੜਾ ਸਾਡਾ ਕਿਉਂਕਿ ਐਕਟ ਹੈ, ਇਹ ਤਾਂ ਐਕਟ ਦੀ ਪ੍ਰੋਵਾਈਡ ਨਹੀਂ ਕਰਦਾ ਪਿਆ, ਐਕਟ ਦੇ ਮੁਤਾਬਿਕ ਚੱਲਦਾ ਹੀ ਨਹੀਂ ਪਿਆ। ਅਸੀਂ 100 ਵਾਰੀ ਚਿੱਠੀ ਲਿਖ ਕੇ ਭੇਜੀ। ਅਗਲੀ ਗੱਲ ਤੁਹਾਨੂੰ ਦੱਸਦੇ ਹਾਂ ਕਿ ਇਸੇ ਹਰਿਆਣਾ ਸਿੱਖ ਸਮਾਜ ਨੂੰ ਮੈਂ ਗਵਰਨਰ ਨੂੰ ਚਿੱਠੀ ਲਿਖੀ ਹੋਈ ਹੈ ਅਤੇ ਮੈਨੂੰ ਉਮੀਦ ਹੈ, ਮੈਂ ਉਹਨਾਂ ਕੋਲ ਬੁੱਧਵਾਰ ਦਾ ਜਾਂ ਵੀਰਵਾਰ ਦਾ ਟਾਈਮ ਮੰਗਿਆ। ਮੇਰੀ ADC ਤੋਂ ਗਵਰਨਰ ਨਾਲ ਗੱਲ ਵੀ ਹੋਈ ਟੈਲੀਫੋਨ ਉੱਤੇ। ਗਵਰਨਰ ਸਾਹਿਬ ਗਏ ਨੇ ਰਾਸ਼ਟਰਪਤੀ ਨੂੰ ਮਿਲਣ, ਫਿਰ ਉਸ ਤੋਂ ਬਾਅਦ ਉਹਨਾਂ ਦਾ ਗੁੜਗਾਉਂ ਪ੍ਰੋਗਰਾਮ। ਮੈਨੂੰ ਉਮੀਦ ਹੈ ਕਿ ਗਵਰਨਰ ਸਾਹਿਬ ਦੇ ਕੋਲ ਸਾਨੂੰ ਟਾਈਮ ਇਸੇ ਹਫ਼ਤੇ ਦੇ ਵਿੱਚ ਮਿਲ ਜਾਏ। ਜਦੋਂ ਟਾਈਮ ਮਿਲ ਗਿਆ ਤਾਂ ਅਸੀਂ ਬੜੇ ਤਿੱਖੇ ਸ਼ਬਦਾਂ ਵਿੱਚ ਉਹਨਾਂ ਨੂੰ ਪੁੱਛਣਾ ਕਿ ਹਰਿਆਣੇ ਦੇ ਸਿੱਖਾਂ ਨੂੰ ਤੁਸੀਂ, ਤੁਹਾਡੀ ਸਰਕਾਰ ਦੱਸੇ ਵੀ ਅੱਜ ਤੱਕ ਹਰਿਆਣੇ ਦੇ ਸਿੱਖਾਂ ਨੂੰ ਤੁਸੀਂ ਕੀ ਦਿੱਤਾ। ਕੋਈ ਸਕੂਲ, ਕੋਈ ਕਾਲਜ, ਕੋਈ ਹਸਪਤਾਲ, ਕੋਈ ਕਿਸੇ ਕਿਸਮ ਦੀ ਗੱਲਬਾਤ, ਕੋਈ ਯੂਨੀਵਰਸਿਟੀ, ਕੋਈ ਗੁਰੂ ਘਰ, ਕੋਈ ਕੁਛ ਹੈ ਜੀ। ਸਾਨੂੰ ਤੁਸੀਂ ਕੀ ਕੀਤਾ। ਜਿਹੜੇ ਸਾਨੂੰ ਹੁੱਡਾ ਸਰਕਾਰ ਦੇ ਗਈ ਸੀ, ਸਿੱਖ ਜੁਡੀਸ਼ਲ ਕਮਿਸ਼ਨ ਬਣਾਇਆ, ਮਾਈਨੋਰਟੀ ਕਮਿਸ਼ਨ ਬਣਾਇਆ, ਇਲੈਕਸ਼ਨ ਕਮਿਸ਼ਨ ਬਣਾਇਆ, ਹੈ ਜੀ, ਹਰਿਆਣਾ ਕਮੇਟੀ ਦਾ ਬਿੱਲ ਪਾਸ ਕੀਤਾ। ਉਹ ਜਿੱਦਾਂ ਦੀ ਤੁਹਾਡੀ ਸਰਕਾਰ ਆਈ, ਜਦੋਂ ਸਾਡੇ ਕੋਲ ਸਾਰਾ ਸਭ ਕੁਛ ਹੋ ਗਿਆ। ਤੁਸੀਂ ਸਾਡੇ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰ। ਆਪਾਂ ਸਭ ਤੋਂ ਵੱਡਾ ਮੁੱਦਾ ਬਣਾਉਣਾ ਹੈ ਕਿ ਹਰਿਆਣੇ ਦੀ ਕਮੇਟੀ, ਹਰਿਆਣੇ ਦੀ ਸਰਕਾਰ ਸਾਡੇ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ।
ਅਸੀਂ ਦਖਲਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕਰਨੀ। ਇਹ ਗੁਰੂ ਘਰ ਸੰਗਤ ਦੇ ਨੇ, ਸੰਗਤ ਕੋਲ ਹੀ ਰਹਿਣਗੇ। ਅਸੀਂ ਇੱਥੇ ਕੋਈ ਮਹੰਤ, ਕੋਈ ਦੂਜਾ ਤੀਜਾ ਸਰਕਾਰੀ ਚੇਲਾ ਚਾਪੜਾ ਇੱਥੇ ਨਹੀਂ ਵੜਨ ਦੇਣਾ। ਇਹ ਦੋ ਗੱਲਾਂ ਨੂੰ ਲੈ ਕੇ ਚੱਲ ਪਵੋ। ਤੇ ਮੈਂ ਤੁਹਾਨੂੰ ਇੱਕ ਗੱਲ ਦੀ ਯਕੀਨ ਦਿਵਾਉਣਾ, ਦੇਖੋ ਜਿਨ੍ਹਾਂ ਨੇ ਮੇਰੀ ਕਾਰਗੁਜ਼ਾਰੀ ਹਰਿਆਣਾ ਕਮੇਟੀ ਦੇ ਟਾਈਮ ਕੀਤੀ ਉਹ ਮੈਨੂੰ ਜਾਣਦੇ, ਜਿਹੜੇ ਨਹੀਂ ਜਾਣਦੇ ਮੈਂ ਤੁਹਾਨੂੰ ਇੱਕੋ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਮੇਰਾ ਇੱਕ ਜ਼ਿੰਦਗੀ ਦਾ ਅਸੂਲ ਹੈ ਕਿ ਜਿਹੜਾ ਕੰਮ ਕਰੋ ਉਹ ਇਮਾਨਦਾਰੀ ਨਾਲ ਅਤੇ ਵਫਾਦਾਰੀ ਨਾਲ। ਮੈਂ ਵੇਖਣਾ ਕਈ ਬੰਦੇ MLA ਦੀ ਟਿਕਟ ਮੰਗਣ ਜਾਂਦੇ ਨੇ, ਉਹ ਕਹਿੰਦੇ ਜੀ ਟਿਕਟ ਦੇ ਦਿਓ, ਤੁਹਾਡਾ ਵਫਾਦਾਰ ਬਣ ਜਾਏਗਾ। ਵਫਾਦਾਰੀ ਆਪਣੀ ਖੁਦਗਰਜ਼ੀ ਵਿੱਚ ਹੈ। ਜਿਹੜਾ ਬੰਦਾ ਇਮਾਨਦਾਰ ਨਹੀਂ ਉਹ ਵਫਾਦਾਰ ਨਹੀਂ ਹੋ ਸਕਦਾ। ਰੋਜ਼ ਵੇਲੇ ਨਾ MLA ਅੱਜ ਇੱਧਰ ਫਿਰਦਾ ਇਮਾਨਦਾਰੀ, ਜਿਹਨੂੰ ਲੋਭ ਨਹੀਂ ਲਾਲਚ ਨਹੀਂ, ਇਮਾਨਦਾਰ ਉਹ ਹੈ ਜਿਹਨੂੰ ਲੋਭ ਨਹੀਂ ਲਾਲਚ ਨਹੀਂ, ਕੋਈ ਦੂਜੀ ਤੀਜੀ ਗੱਲਬਾਤ ਨਹੀਂ। ਗੁਰੂ ਦੀ ਕਿਰਪਾ ਹੈ, ਅੱਜ 22 ਸਾਲ ਇਸ ਸੇਵਾ ਗੁਰੂ ਘਰ ਦੀ ਸੇਵਾ 'ਚ ਲੱਗਿਆ। ਗੁਰੂ ਨੇ ਬੜੀ ਬਰਕਤ ਪਾਈ ਹੈ। ਦਾਲ ਫੁਲਕਾ ਲੋੜ ਤੋਂ ਵੱਧ ਮਿਲਦਾ ਹੈ, ਇਸ ਤੋਂ ਵੱਧ ਲੋੜ ਕਿਸੇ ਦੀ ਇੱਕ ਪੈਸੇ ਦੀ ਲੋੜ ਹੈ। ਜੇ ਕਿਸੇ ਵੀ ਕਿਸਮ ਦੀ ਕਦੀ ਵੀ ਹਨੇਰੇ ਸਵੇਰੇ 'ਚ ਵੀ ਕੋਈ ਬੇਈਮਾਨੀ, ਕੋਈ ਹੇਰਾ ਫੇਰੀ, ਕੋਈ ਝੂਠ, ਕੋਈ ਦੂਜੀ ਤੀਜੀ ਗੱਲਬਾਤ ਦਾਸ ਵਿੱਚ ਵੇਖੋ, ਉਸ ਵੇਲੇ ਪਾਊਗਾ ਤੁਹਾਡਾ ਦੇਣਦਾਰ ਅਸਲ। ਪਰ ਮੈਂ ਇੱਕੋ ਇੱਕ ਗੱਲ ਕਹਿਣੀ ਚਾਹੁੰਦਾ, ਹਰਿਆਣਾ ਸਿੱਖ ਸਮਾਜ ਦਾ ਲੀਡਰ ਉਹ ਬਣੇ ਜਿਹਨੇ ਇਮਾਨਦਾਰੀ ਦਾ ਕੰਮ। ਜੇ ਆਪਾਂ ਸ਼ੁਰੂ ਵਿੱਚ ਵੀ ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ, ਅਤੇ ਫਿਰ ਆਪਾਂ ਕਾਮਯਾਬ ਹੋ ਸਕਦੇ। ਔਰ ਇਹ ਨਾ ਜੇ ਕਰ ਲਈਏ ਤਾਂ ਇੰਨਾ ਸੌਖਾ ਕੰਮ ਜਿਹਦਾ ਗੁੰਤ ਕੋਈ ਨਹੀਂ। ਮਿੰਟਾਂ 'ਚ ਸਰਕਾਰਾਂ ਨੂੰ ਆਪਾਂ ਉੱਥੇ ਪਾਸੇ ਕਰ ਬਿਠਾ ਦਿੰਦੇ ਅਤੇ ਆਪਣੀ ਤਾਕਤ ਦਿਖਾ ਦਿੰਦੇ। ਅਤੇ ਜੇ ਆਪਾਂ ਕੋਈ ਉਹਨੇ ਜੀ ਉਹ ਸਰਦਾਰ ਫਲਾਣਾ ਸਿੰਘ ਤੇ ਐਵੇਂ ਮਾਰਦਾ ਕੋਈ, ਉਹਦੇ ਪਿੱਛੇ ਦੇ ਦੋ ਬੰਦੇ ਵੀ ਕੋਈ ਨਹੀਂ। ਮੇਰੇ ਇਲਾਕੇ 'ਚੋਂ ਅਵਤਾਰ ਸਿੰਘ ਮੱਕੜ ਜਦੋਂ ਪ੍ਰਧਾਨ ਸਨ ਅਤੇ ਅਸੀਂ ਹਰਿਆਣਾ ਕਮੇਟੀ ਦੀ ਮੰਗ ਮੰਨਦੇ ਸਾਂ, ਉਹ ਹੁੱਡਾ ਸਾਹਿਬ ਨੂੰ ਮਿਲ ਸਕੇ। ਉੱਥੇ ਜਾ ਕੇ ਮੇਰੇ ਇਲਾਕੇ ਦੇ ਇੱਕ ਬੰਦੇ ਨੂੰ ਨਾਲ ਲੈ ਕੇ ਗਏ, ਉਹਦੇ ਕੋਲ ਕਹਾਉਣ ਲੱਗੇ ਕਿ ਜੀ ਮੈਂ ਜਾਣਦਾ ਜੀ ਦਤਾਰ ਸਿੰਘ ਨਲਵੀ ਮੇਰੇ ਇਲਾਕੇ ਦਾ ਹੈ। ਪਿੰਡ ਦੇ ਵਿੱਚ ਤਾਂ ਉਹਦੇ ਮਗਰ ਇੱਕ ਕੁੱਤੀ ਵੀ ਕੋਈ ਨਹੀਂ ਗਈ। ਉਹ ਕਹਿੰਦਾ ਰਹਿ छोड़ बात, क्या बात करता है जी। कल को तो कहेगा कि हुड्डे के पास तो कोई में एक भी आदमी नहीं है। मैं जानता हूँ, मुझे पता उसने कितने वोट, मुझे पता इस बात मैं मेरी CID भी है, तुम्हें क्या पता किसी बात है जी। यही गल उन्हें आके फिर लोगों में आप ही दसी, कहता असीं गए सां, पता गल विचों की निकली, असीं गए सां बड़े चौड़े हो गए भी मुख्य मंत्री से करो जाके चाह पी के, उन्हें सानूं पानी भी नहीं पूछा। तो ईमानदारी नाल काम करांगे। आ देखो साढ़े सामने बैठे ने, ਤੁਹਾਡਾ ਇਹਨਾਂ ਦਾ ਮੇਰੇ ਨਾਲ ਮੇਰੇ ਕਿਸੇ ਬੰਦੇ ਦਾ ਕੋਈ ਜਾਤੀ ਕੋਈ ਭੇਦ ਨਹੀਂ ਹੋ ਸਕਦਾ। ਉਹ ਇੱਕ ਪੰਥਕ ਸੋਚ ਵਿੱਚ ਅਸੀਂ ਇਹਨਾਂ ਨੂੰ ਲਿਆਇਆ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ। ਸਭ ਤੋਂ ਵੱਡੀ ਇੱਕ ਤਾਂ ਯੁਵਾ ਨੇ, ਇੱਕ ਇਹਨਾਂ ਦੇ ਪਿਤਾ ਜੀ ਨੇ ਮੇਰੇ ਨਾਲ ਬਹੁਤ ਚਿਰ ਕੰਮ, ਬੜੀ ਇਮਾਨਦਾਰੀ ਨਾਲ ਕੰਮ ਕੀਤਾ, ਬੜੀ ਵਫਾਦਾਰੀ ਨਾਲ ਕੰਮ ਕੀਤਾ, ਔਰ ਮੈਂ ਬਹੁਤ ਪ੍ਰਸੰਨ ਹਾਂ। ਔਰ ਮੈਂ ਚਾਹਾਂਗਾ ਤੁਸੀਂ ਸਾਰੇ ਅੱਗੇ ਆਓ, ਆਪਣੇ ਪਿੰਡ ਦੀ ਕਮੇਟੀਆਂ ਬਣਾਓ, 5 ਪਿੰਡਾਂ ਦੀ ਇੱਕ ਕਮੇਟੀ ਬਣਾਓ, ਉਹਦੇ ਵਿੱਚ ਅਹੁਦੇ ਤੁਸੀਂ ਆਪੇ ਵੰਡੋ, ਸਾਰਾ ਸਭ ਕੁਛ ਆਪੇ ਕਰੋ। ਮਤਲਬ ਅਹੁਦੇ ਵੰਡਣਾ, ਲੀਡਰਸ਼ਿਪ ਕਰਨੀ, ਆਪਣੀ ਮੀਟਿੰਗਾਂ ਬੁਲਾਉਣੀਆਂ। ਆਪਾਂ ਲੋਕਾਂ ਦੀ ਮੀਟਿੰਗਾਂ 'ਚ ਜਾਂਦੇ ਹਾਂ, ਤੁਸੀਂ ਮੀਟਿੰਗ ਬੁਲਾਓ, ਸਿੱਖ ਸੰਗਤ ਤੁਹਾਡੀ ਮੀਟਿੰਗ 'ਚ ਆਵੇ, ਤੁਸੀਂ ਆਪਸ 'ਚ ਇੱਕ ਦੂਜੇ ਨਾਲ ਗੱਲਬਾਤ ਕਰੋ, ਗੱਲਬਾਤ ਸੁਣੋ, ਗੱਲਬਾਤ ਸੁਣਾਓ, ਤੁਹਾਡੀ ਇੱਕ ਦੂਜੇ ਨਾਲ ਵਾਕਫੀਅਤ ਬਣੇਗੀ ਅਤੇ ਸਰਕਲ ਵਧੇਗਾ। ਮੈਂ ਜਿਸ ਵਕਤ ਇੱਧਰ, ਮੈਨੂੰ ਤਾਂ ਪਤਾ ਹੀ ਕੋਈ ਨਹੀਂ ਸੀ ਸਰਸਾ ਕਿੱਥੇ ਹੁੰਦਾ। मैं नौकरी करता था, पटाले ही वेखे, अपना पिंड वेखे, मैंने किसी गल का पता ही नहीं सीगा। हरियाणा कमेटी का काम शुरू से सारे पासे सानूं जाना पै गया। तो ये तुहानूं एक बहुत वड्डा इस गल का बैनीफिट होगा। तो ये काम मेरी बेनती है, आपां गुरु घर बह के समझ लो अज इस गल का प्रण किया है, इस गल करो। हुण मैं बेनती करांगा कि बई अव्वल तो मैं बेनती करांगा हर बंदा अपना विचार शुरू करनी है। तुहाडे अज दे हुक्म ਨੂੰ सुन के, संगत के हुक्म ਨੂੰ सुन के, जे संगत हक विच नहीं है तो नहीं शुरू कर, तो जे संगत अज शुरू करा के वापस मुड़े पिछड़ पैर खिंचे तो फिर असी ना गुरु घर नाल असी फिर कोई वफादारी कर। ये काम ना इन्हां दा, ना मेरा है, ना सरदार साहब का, ना किसी होर का। ये गुरु घर की आज़ादी का काम है।
ਅੱਜ ਜੇ ਤੁਸੀਂ ਭਾਜਪਾ ਨੂੰ ਪੈਰ ਰੱਖਣ ਦਿੱਤਾ ਤੇ ਸੀ ਨਾ ਕੀਤੀ ਤਾਂ ਫਿਰ ਉਹ ਜਿਸ ਕੋਈ ਪੈਰੀ ਪੱਕੇ ਪੈਰੀ ਹੋ ਗਏ ਨਾ ਤੇ ਫਿਰ ਵੱਡਾ ਸੰਘਰਸ਼ ਕਰਨਾ ਪਵੇਗਾ। ਇਸ ਵਾਸਤੇ ਅੱਜ ਟਾਈਮ ਹੈ, ਇਸ ਗੱਲ ਵਾਸਤੇ ਆਪਣਾ ਫੈਸਲਾ ਕਰੋ, ਇਕੱਠ ਹੋਵੋ, ਇਕੱਠੇ 'ਚ ਬਰਕਤ ਹੈ, ਉਹਦੇ ਨਾਲ ਬਹੁਤ ਫਤਿਹ ਹਾਸਲ ਕਰੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਖਿਮਾ ਮੰਗਣਾ, ਲੋੜ ਤੋਂ ਵੱਧ ਸਮਾਂ ਲੈ ਗਿਆ। ਕੋਈ ਨਹੀਂ ਇਹਨਾਂ ਦੇ ਸਵਾਲ ਦਾ ਜਵਾਬ ਦੇ ਦਿਓ ਜਿਹੜਾ ਦੂਸਰਾ ਹੋਏਗਾ ਜੀ ਕਿੰਨੇ ਮੈਂਬਰ ਬਣੇ ਹਰਿਆਣੇ ਚ? ਹਾਂਜੀ, ਆਪਣੇ 40 ਇਲੈਕਟਡ ਹੋਣਗੇ ਤੇ 9 ਨਾਮੀਨੇਟਡ ਮੈਂਬਰ ਹੋਣਗੇ। 49 ਮੈਂਬਰ 49 40 ਇਲੈਕਟਡ। ਔਰ ਤੁਸੀਂ ਇਹ ਸਮਝ ਲਓ ਵੀ ਇਹ ਤੁਹਾਡੇ ਕਾਲਕਾ ਤੋਂ ਲੱਗ ਕੇ ਐਲਨਾਬਾਦ ਤੱਕ ਤੇ ਅੰਬਾਲਾ ਜ਼ਿਲ੍ਹਾ, ਪੰਚਕੂਲਾ, ਅੰਬਾਲਾ, ਕੁਰੂਕਸ਼ੇਤਰ, ਯਮੁਨਾ ਨਗਰ ਤੇ ਆਪਣਾ ਐਲਨਾਬਾਦ ਨਾ ਆਪਣਾ ਫਤਿਆਬਾਦ ਤੇ ਸਰਸਾ, ਕੈਥਲ ਵੀ ਹੈ। ਹਾਂਜੀ, ਤੇ ਕਰਨਾਲ, ਕੈਥਲ, ਇਹ ਜ਼ਿਲ੍ਹੇ ਨੇ। ਪੰਜਾਬ ਨਾਲੋਂ ਆਪਣੇ ਹਲਕੇ ਵੱਡੇ ਆਪਾਂ ਬਹੁਤ ਵੱਡੇ ਪੰਜਾਬ ਨਾਲ ਆਪਣੇ ਫਿਰ ਵੀ ਹਲਕੇ ਵੱਡੇ ਨੇ, ਪਰ ਇਸ ਤਰ੍ਹਾਂ ਜੀ ਹਲਕੇ ਤੇ ਜੇ ਆਪਾਂ ਇਕੱਠੇ ਹੋਵਾਂਗੇ, ਹਾਂਜੀ ਮੇਰੀ ਗੱਲ ਸੁਣੋ, ਜੇ ਆਪਾਂ ਇਕੱਠੇ ਹੋਵਾਂਗੇ ਇੱਕ ਦਫਾ ਸ਼ੁਰੂ ਕਰੋ ਤੇ ਉਹਨਾਂ ਦੀ ਤਾਂ ਸਰਕਾਰ ਹੁੰਦੀ ਸੀ ਤੇ ਤੁਹਾਡੀ ਵੀ ਉਹਦੀ ਸਰਕਾਰ ਬਣਾਓ ਤਾਂ ਆਪਣੇ ਹਲਕੇ ਵਧਾਓ ਘਟਾਓ। ਮੈਂ ਇੱਕ ਬੇਨਤੀ ਕਰਦਾ, ਇਹ ਪਿੰਡੋਂ ਪਿੰਡ ਜਾ ਕੇ ਦਿਖਾਓ ਭਾਈਚਾਰੇ ਨੂੰ, ਫੇਰ ਗੱਲ ਬਣਨੀ ਆ। ਇਹ ਕੌਣ ਜਗਾਏਗਾ ਜੀ? ਇਹ ਤੁਸੀਂ ਲੱਗੋ ਅੱਗੇ ਫਿਰ ਇੰਜਣ ਬਣਾਉਣਾ, ਗੱਡੀ ਜਾਂਦੀ ਉਹਦਾ ਕਿਹਨੂੰ ਬਣਨਾ ਪੈਣਾ। ਤੁਹਾਡਾ ਭਰਾ ਕੋਲ ਬੈਠਾ ਹੈ, ਇਸ ਤਰ੍ਹਾਂ ਨਹੀਂ, ਇਹ ਸੰਗਤ ਦਾ ਕੰਮ ਹੈ। ਮੇਰੀ ਗੱਲ ਜੀ ਸੁਝਾਅ ਮੈਂ ਦੱਸਤਾ। ਚਲੋ ਠੀਕ ਹੈ, ਵਧੀਆ ਮੇਰੀ ਪਤਾ ਕੀ ਬੇਨਤੀ ਹੈ ਵੀ ਇਹ ਸੰਗਤ ਦਾ ਕੰਮ ਹੈ, ਸਾਰੀ ਸੰਗਤ ਨਾਲ ਕੇ ਕਰੋ। ਸਾਨੂੰ ਤੁਸੀਂ ਬੁਲਾਓ, ਅਸੀਂ 100 ਵਾਰੀ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਰੇ ਜਣੇ